ਵਾਹਿਗੁਰੂ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ। ਨਾ ਤੁਮ ਡੋਲੋ ਨਾ ਹਮ ਗਿਰਤੇ, रख लीनी हर मेरी। जो तो प्रेम खिलन का चाओ, सिर धार तली गली मेरी आओ। इत मार्ग पैर तरीजै, सिर दीजै कान ना कीजै। सूरा सो पहचानिया, जो लरै दीन के हेत। पुरजा पुरजा कट मरै, कबहू न छाड़ै खेत। सतगुरु गरीब निवाज, हाजरा हजूर ज़ाहरा ज़हूर। सर्व कला समरथ सरवरे कायनात, वालिए कुल आलम। दसां गुरां दी जागदी जोत। ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਗੋਦ ਦਾ ਰੰਗ ਰਸ ਮਾਣ ਰਹੇ ਗੁਰੂ ਪਿਆਰਿਓ। ਆਓ ਕਥਾ ਵਿਚਾਰ ਆਪ ਜੀ ਦੇ ਸਨਮੁਖ ਭੇਟ ਕਰਾਂ। ਸਭ ਤੋਂ ਪਹਿਲਾਂ ਗੁਰਦੇਵ ਦੀ ਫਤਿਹ ਗਜਾਈਏ ਜੀ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। पूता माता की आशीष, निमख ना बिसरों तुमको हर हर सदा भजों जगदीश। ਇਕੱਤਰਿਤ ਹੋਏ ਹਾਂ, ਜੁੜ ਬੈਠੇ ਹਾਂ ਜਨਮ ਦਿਹਾੜਾ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਹੋਰਾਂ ਦਾ ਮਨਾਉਣ ਲਈ। ਹੈਰਾਨ ਬੜਾ ਹੁੰਦਾ ਮੈਂ, ਮਨਾ ਜਨਮ ਦਿਹਾੜਾ ਰਹੇ ਹਾਂ ਤਾਂ ਵੀ ਸ਼ਹੀਦ ਨਾਮ ਦੇ ਨਾਲ ਲੱਗਿਆ ਹੀ ਹੋਇਆ। ਡਿਗਰੀ ਕੋਈ ਇੱਕ ਨਾਮ ਦੇ ਅੱਗੇ ਲਗਾਉਣੀ ਹੋਵੇ, ਡਾਕਟਰ ਦੀ ਡਿਗਰੀ ਸੋਚ ਲਓ, ਸਾਇੰਟਿਸਟ ਦੀ ਸੋਚ ਲਓ, ਇੰਜੀਨੀਅਰ ਦੀ ਸੋਚ ਲਓ, ਆਰਕੀਟੈਕਟ ਦੀ ਸੋਚ ਲਓ, LLB ਸੋਚ ਲਵੋ। ਕੋਈ ਇੱਕ ਡਿਗਰੀ ਨਾਮ ਨਾਲ ਲਗਾਉਣੀ ਹੋਵੇ ਤੇ ਪਹਿਲੇ ਤਾਂ 14-15 ਸਾਲ ਸਕੂਲ ਦੀ ਪੜ੍ਹਾਈ, ਫਿਰ 8-10 ਸਾਲ ਹੋਰ ਬਾਹਰ ਦੀ ਪੜ੍ਹਾਈ, ਉਸ ਤੋਂ ਬਾਅਦ ਕਿਧਰੇ ਡਿਗਰੀ ਨਾਮ ਦੇ ਅੱਗੇ ਇੱਕ ਲੱਗਦੀ ਹੈ। ਇੱਕ ਗੁਰੂ ਘਰ ਵਿੱਚ ਵੀ ਕੁਝ ਡਿਗਰੀਆਂ ਹੁੰਦੀਆਂ। ਮੈਂ ਦੇਖਿਆ ਕਿਤਨੀ ਕੁ ਡਿਗਰੀਆਂ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਹੋਰਾਂ ਦੇ ਨਾਮ ਨੂੰ ਲੱਗੀਆਂ ਤੇ ਮੈਂ ਬੜਾ ਹੈਰਾਨ ਹੁੰਦਾ। ਇੱਕ ਡਿਗਰੀ ਹੈ ਭਾਈ ਦੀ ਡਿਗਰੀ। ਅੱਜ ਕੱਲ੍ਹ ਤੇ ਆਫੀਸ਼ੀਅਲੀ ਵੀ ਮਿਲਦੀ ਹੈ ਡਿਗਰੀਜ਼। ਭਾਈ ਸਾਹਿਬ ਦੀ ਡਿਗਰੀ, ਜਿਵੇਂ ਗਿਆਨੀ ਪਿੰਦਰਪਾਲ ਸਿੰਘ ਹੋਰਾਂ ਨੂੰ ਮਿਲੀ, ਭਾਈ ਹਰਜਿੰਦਰ ਸਿੰਘ ਸ਼੍ਰੀਨਗਰ ਵਾਲਿਆਂ ਨੂੰ ਮਿਲੀ, ਭਾਈ ਸਾਹਿਬ, ਭਾਈ ਪਿੰਦਰਪਾਲ ਸਿੰਘ। ਇਹ ਭਾਈ ਸਾਹਿਬ ਦੀ ਡਿਗਰੀ ਭਾਈ ਮਰਦਾਨਾ ਜੀ ਤੋਂ ਸ਼ੁਰੂ ਹੋਈ। ਗੁਰੂ ਨਾਨਕ ਸਾਹਿਬ ਨੇ ਕਿਹਾ ਤੂੰ ਮੇਰਾ ਚੇਲਾ, ਤੂੰ ਮੇਰਾ ਸਿੱਖ ਨਹੀਂ, ਤੂੰ ਮੇਰਾ ਭਾਈ ਹੈ। ਨਾਮ ਹੀ ਦੇ ਦਿੱਤਾ ਭਾਈ ਮਰਦਾਨਾ। ਫਿਰ ਉਸ ਤੋਂ ਬਾਅਦ ਡਿਗਰੀ ਹੈ ਬਾਬਾ ਦੀ ਡਿਗਰੀ।
ਬਾਬਾ ਕਹਿੰਦੇ ਬਜ਼ੁਰਗ ਨੂੰ, ਛੋਟੇ ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਚਿਣ ਗਏ, ਪਰ ਉਹਨਾਂ ਦੇ ਨਾਮ ਦੇ ਅੱਗੇ ਕੀ ਲੱਗਦਾ ਹੈ? ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਇਹ ਵੀ ਇੱਕ ਡਿਗਰੀ ਹੈ। ਉਸ ਤੋਂ ਬਾਅਦ ਹੈ ਸ਼ਹੀਦ ਦੀ ਡਿਗਰੀ। ਦੇਸ਼, ਕੌਮ, ਸੱਚ, ਹੱਕ, ਹਲਾਲ ਲਈ ਕੋਈ ਆਪਣੀ ਜਾਨ ਕੁਰਬਾਨ ਕਰ ਦੇਵੇ, ਉਸ ਨੂੰ ਮਿਲ ਜਾਂਦੀ ਹੈ ਗੁਰੂ ਘਰੋਂ ਸ਼ਹੀਦ ਦੀ ਡਿਗਰੀ। ਹੁਣ ਹੱਦ ਤਾਂ ਇੱਥੇ ਹੋ ਗਈ ਜ਼ਿੰਦਾ ਸ਼ਹੀਦ ਦੀ ਡਿਗਰੀ। ਜਿਹੜੇ ਕੇਵਲ ਇੱਕ ਗੁਰਸਿੱਖ ਪਾਸ ਹੈ ਉਹ ਹਨ ਬਾਬਾ ਦੀਪ ਸਿੰਘ ਜੀ, ਜ਼ਿੰਦਾ ਸ਼ਹੀਦ। ਸ਼ਹੀਦ ਕਿਵੇਂ ਜ਼ਿੰਦਾ ਹੈ? ਇਤਿਹਾਸ ਤੋਂ ਅਸੀਂ ਸਾਰੇ ਵਾਕਿਫ ਹਾਂ। ਇਤਿਹਾਸ ਦੇ ਕੁਝ ਪੰਨੇ ਫਰੋਲਾਂ ਤੇ ਆਪ ਜੀ ਦੇ ਕਦਮਾਂ ਉੱਪਰ ਭੇਟ ਕਰਾਂ। ਇੱਕ ਚੀਜ਼ ਨੂੰ ਬੜੇ ਜ਼ੋਰ ਨਾਲ ਪਕੜ ਕੇ ਅੱਜ ਗੁਰਦੁਆਰੇ ਬੈਠੀ ਹੈ ਕਿ ਜੇ ਗੁਰਦੁਆਰੇ ਆ ਗਏ ਆ ਨਾ ਤੇ ਕੁਝ ਲੈ ਕੇ ਹੀ ਜਾਣਾ ਹੈ। ਇਹ ਪੱਕਾ ਬੰਨ ਕੇ ਬੈਠੀ ਹੈ ਅੱਜ। ਜੇ ਤੇ ਗੁਰਦੁਆਰੇ ਆਏ ਮਨੁੱਖ ਬਣ ਕੇ ਤੇ ਗਏ ਵੀ ਮਨੁੱਖ ਹੀ, ਕੋਈ ਲਾਭ ਨਹੀਂ ਹੋਇਆ। ਹਾਂ, ਆਈਏ ਗੁਰਦੁਆਰੇ ਇਨਸਾਨ ਬਣ ਕੇ, ਜਾਂਦੇ ਹੋਏ ਮੈਂ ਭਗਤ ਹੋਵਾਂ, ਗੁਰਦੁਆਰੇ ਆਉਣ ਦਾ ਲਾਭ ਹੈ। ਪੈਦਾ ਤੇ ਹੋ ਗਿਆ ਮੈਂ ਇਨਸਾਨ, ਜਾਂਦੇ ਹੋਏ ਭਗਵਾਨ ਹੋਵਾਂ, ਇਹ ਇਨਸਾਨ ਬਣਨ ਦਾ ਲਾਭ ਹੈ। ਕਿਉਂਕਿ ਇਹ ਮੇਰੇ ਕੋਲ ਹੀ ਹੱਕ ਹੈ ਭਗਵਾਨ ਹੋ ਜਾਣ ਦਾ। ਗੁਰਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਭਜੋ ਗੋਬਿੰਦ ਭੂਲ ਮਤ ਜਾਓ, ਮਾਨਸ ਜਨਮ ਕਾ ਇਹੀ ਲਾ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਫਿਰ ਕਮਾਲ ਕਰਦੇ ਨੇ, ਲਿਖ ਦਿੰਦੇ ਨੇ ਅਵਰ ਕਾਜ ਤੇਰੇ ਕਿਤੇ ਨਾ ਕਾਮ। ਪਰ ਅਸੀਂ ਗੁਰਦੁਆਰੇ ਆਈਏ, ਦੁਕਾਨ ਨੂੰ, ਕਾਰੋਬਾਰ ਨੂੰ, ਨਿੰਦਾ ਚੁਗਲੀ ਨੂੰ, ਗੱਲਾਂ ਬਾਤਾਂ ਨੂੰ, ਉਹਦੇ ਹੰਕਾਰ ਨੂੰ ਵੀ ਨਾਲ ਲੈ ਆਈਏ, ਤੇ ਫਿਰ ਤੇ ਇਨਸਾਨ ਬਣਨ ਦਾ ਲਾਭ ਹੀ ਕੋਈ ਨਹੀਂ। ਪਤਾ ਹੀ ਕੋਈ ਨਹੀਂ ਕਿ ਅਵਰ ਕਾਜ ਤੇਰਾ ਕਿਤੇ ਨਾ ਕਾਮ। ਤੇ ਕੀ ਕੰਮ ਆਏਗਾ? ਮਿਲ ਸਾਧ ਸੰਗਤ ਭਜ ਕੇਵਲ ਨਾਮ। ਕੇਵਲ ਦੇ ਅਰਥ ਜੇ ਮੈਂ ਇੰਗਲਿਸ਼ ਵਿੱਚ ਕਰਾਂ, ਅੰਗਰੇਜ਼ੀ ਵਿੱਚ ਓਨਲੀ, ਸਿਰਫ ਨਾਮ ਜਪਣਾ ਹੀ ਤੇਰੇ ਕੰਮ ਆਏਗਾ। ਤੇ ਇੱਕ ਮੈਂ ਮੁਸਲਮਾਨ ਵੀਰ ਬਜ਼ੁਰਗ ਸਨ, ਕਥਾ ਕਰਦੇ ਸਨ ਤੇ ਮੈਂ ਸੁਣ ਰਿਹਾ ਸੀ, ਬੜਾ ਅੱਛਾ ਮੈਨੂੰ ਉਹਨਾਂ ਦਾ ਇੱਕ ਐਗਜ਼ਾਮਪਲ ਲੱਗਿਆ, ਤੁਹਾਡੇ ਕਦਮਾਂ 'ਚ ਰੱਖਾਂ। ਕਹਿੰਦੇ ਸਨ ਮਹਿਮਾਨਾਂ ਦੀਆਂ 3 ਕਿਸਮਾਂ ਹੁੰਦੀਆਂ। ਪਹਿਲੀ ਕਿਸਮ ਮਹਿਮਾਨ ਦੀ ਉਹ ਹੈ ਕਿ ਅਸੀਂ ਕਹਿੰਦੇ ਹਾਂ ਦਰਵਾਜ਼ੇ ਅੰਦਰ ਵੜੇ ਹੀ ਕੋਈ ਨਾ, ਆਏ ਕੋਈ ਨਾ, ਐਵੇਂ ਖੱਜਲ ਖੁਆਰੀ ਹੈ, ਸਿਰ ਦਰਦ ਕਰੇਗਾ, ਆਏ ਨਾ, ਅਸੀਂ ਬਾਹਰੋਂ ਬਾਹਰ ਟਪਾ ਦਿੰਦੇ ਹਾਂ। ਦੂਸਰੀ ਕਿਸਮ ਉਹ ਹੈ, ਅਸੀਂ ਕਹਿੰਦੇ ਹਾਂ ਆਏ ਤੇ ਸਹੀ ਪਰ ਛੇਤੀ ਚਲੇ ਜਾਏ। ਹਾਂ ਯਾਰ ਮੈਨੂੰ ਕੰਮ ਹੈ ਥੋੜ੍ਹਾ, ਮੈਂ ਨਿਬੇੜਨਾ, ਤੂੰ ਅਸੀਂ ਫ਼ੋਨ 'ਤੇ ਗੱਲ ਕਰ ਲਵਾਂਗੇ। ਤੀਸਰੀ ਕਿਸਮ ਹੈ ਆਏ ਤੇ ਦਿਲ ਮੇਰਾ ਕਰਦਾ ਬੈਠ ਜਾਵੇ, ਯਾਰ 2 ਘੜੀ ਹੋਰ ਬੈਠ ਜਾ, 4 ਗੱਲਾਂ ਹੋਰ ਸੁਣਾ ਜਾ। ਇਹ ਮਹਿਮਾਨ ਦੀ ਤੀਸਰੀ ਕਿਸਮ ਹੈ। ਫਿਰ ਉਹ ਮੁਸਲਮਾਨ ਬਜ਼ੁਰਗ ਕਹਿੰਦੇ ਨੇ ਸੰਗਤ ਦੀ ਵੀ 3 ਕਿਸਮ ਹੈ। ਪਹਿਲੀ ਕਿਸਮ ਉਹ ਜਿਸ ਨੂੰ ਗੁਰੂ ਚਾਹੁੰਦਾ ਕਿ ਅੰਦਰ ਵੜੇ ਹੀ ਕੋਈ ਨਾ, ਬਾਹਰੋਂ ਬਾਹਰ ਹੀ ਲੋਕੀ ਸਿਰ ਝੁਕਾ ਕੇ ਨਿਕਲ ਜਾ ਰਹੇ ਨੇ, ਪਤਾ ਹੀ ਨਹੀਂ ਹੈ ਜਨਮ ਦਿਹਾੜਾ ਮਨਾ ਰਹੇ ਹਾਂ। ਬਾਹਰੋਂ ਬਾਹਰ ਹੀ ਲੋਕੀ ਸਿਰ ਝੁਕਾ ਕੇ ਨਿਕਲ ਰਹੇ ਹਨ, ਪਤਾ ਹੀ ਨਹੀਂ ਹੈ ਕੀਰਤਨ ਚੱਲ ਰਿਹਾ। ਇਸ ਨੂੰ ਉਹ ਆਪਣਾ ਮਾਣ ਨਾ ਸਮਝਣ ਕਿ ਮੈਂ ਗੁਰਦੁਆਰੇ ਨਹੀਂ ਵੜਿਆ, ਇਸ ਨੂੰ ਕੁਦਰਤ ਦੀ ਕਰੋਪੀ ਸਮਝਣ ਕਿ ਗੁਰੂ ਨੂੰ ਮਨਜ਼ੂਰ ਨਹੀਂ ਕਿ ਮੈਂ ਉਸ ਦੀ ਦਹਲੀਜ਼ ਦੇ ਅੰਦਰ ਆ ਸਕਾਂ। ਦੂਸਰੇ ਉਹ ਆਂਦੇ ਤੇ ਹਨ, ਪੈਸੇ ਵੀ ਗੋਲਕ 'ਚ ਪਾ ਦਿੱਤੇ, ਪਰ ਕਰਮਾ ਵੀ ਕੀਤੀ, ਦੌੜਦੇ ਬਾਹਰ ਵੀ ਨਿਕਲ ਗਏ। ਇਹ ਦੂਸਰੀ ਕਿਸਮ ਹੈ। ਵਾਹਿਗੁਰੂ ਚਾਹੁੰਦਾ ਹੀ ਨਹੀਂ ਹੈ ਕਿ ਮੇਰੇ ਕੋਲ ਜ਼ਿਆਦਾ ਦੇਰ ਬੈਠੇ, ਤੂੰ ਜਾ ਫਟਾਫਟ, ਛੇਤੀ ਛੇਤੀ ਨਿਕਲ। ਤੇ ਤੀਸਰੀ ਉਹ ਆਂਦੇ ਹਨ ਸਭ ਤੋਂ ਪਹਿਲਾਂ, ਜਾਂਦੇ ਹਨ ਸਭ ਤੋਂ ਬਾਅਦ। ਵਾਹਿਗੁਰੂ ਚਾਹੁੰਦਾ ਮੇਰੇ ਕੋਲ 2 ਘੜੀ ਹੋਰ ਬੈਠ ਜਾ। ਔਰ ਕਮਾਲ ਦੀ ਗੱਲ ਪਤਾ ਕੀ ਹੈ? ਤਿੰਨੋਂ ਕਿਸਮਾਂ ਸਾਡੇ ਹੱਥ ਵਿੱਚ ਦੇ ਦਿੱਤੀਆਂ ਵਾਹਿਗੁਰੂ ਨੇ। ਤੇਰੀ ਮਰਜ਼ੀ ਕਿਹੜੇ ਕਿਸਮ ਦਾ ਮਹਿਮਾਨ ਤੂੰ ਬਣਨਾ ਚਾਹ ਰਿਹਾ। ਜ਼ਮਾਨਾ ਪੁਰਾਣਾ ਸੀ, ਗੁਲਾਮ ਹੁੰਦੇ ਸਨ। ਹਜ਼ਰਤ ਉੱਠ ਤੇ ਬੈਠਿਆ ਸੀ, ਗੁਲਾਮ ਨੇ ਪਕੜੀ ਸੀ ਉਸਦੀ ਉੱਠ ਦੀ ਡੋਰ ਤੇ ਚਲਾ ਰਿਹਾ ਸੀ ਹਜ਼ਰਤ ਨੂੰ। ਗੁਲਾਮ ਬੜਾ ਪ੍ਰੇਮੀ ਸੀ। ਨਮਾਜ਼ ਦਾ ਸਮਾਂ ਹੋ ਗਿਆ, ਹਜ਼ਰਤ ਨੂੰ ਕਹਿੰਦਾ ਹੈ
कि हज़रत जी नमाज का समा हो गया है, पढ़ लईए नमाज। इस्लामी वीर मुसलमान वीर बड़े कट्टर हुंदे न, बड़ी वधिया गल है धर्म दे परपक्क होना। पढ़ लीए नमाज। हज़रत केवल नाम का ही हज़रत हुंदा है, कहंदा आएगी मसीत ते पढ़ा दांगे, तैनूं बड़ी काहली है नमाज पढ़न दी। असीं भी देखते हैं रहराज का टाइम हो गया है, असीं कहंदे सीरीयल थोड़ा जिहा देख ही लईए, उस तो बाद ही कर लांगे। रहराज का टाइम हो गया है, बच्चे सोचते होंगे थोड़े होर वीडियो गेम खेल ही लईए, उस तो बाद कर लांगे। अमृत वेला हो गया है, रजाइयाँ छोड़ दियाँ ही कोई नहीं, चलो थोड़ा होर सो लईए, फिर पाठ कर लांगे। ते चेते रखिए शब्द, अखीं वेख ना रजियां बहु रंग तमाशे, उस्तत निंदा कन सुन रोवण ते हासे, सादी जीब ना रजियां कर भोग बिलासे। हद तां इत्थे हो गई, कह दिता रज ना कोई जीविया। तिनों किस्मां साडे हथ विच हन, किहड़ा मेहमान बनना है। संगत विच आए हाँ, कुछ लैके जाना है। हज़रत कहता है आएगी मसीत ते पढ़ा दांगे नमाज। मसीत आ गई, वो गुलाम फिर कहता है हज़रत जी नमाज पढ़ ली। कहते जा जा छेती पढ़ के आ। आप बाहर बैठा, उठते ही गुलाम नूं भेज दिता, जा नमाज पढ़ा। गुलाम अंदर नमाज पढ़न गया है, कुछ सरूर चढ़ गया है, कुछ आनंद बन गया है। और नमाज वो आयतां थोड़ी लंबियां हो गई हैं, तस्बीह पढ़नी भी शुरू कर दी। थोड़े रकू लंबे हो गए, थोड़े सहदे लंबे हो गए, थोड़ा टिका मिलना शुरू हो गया। वो बाहर उडीकदा उडीकदा खप गया, कहता ओए अंदर ही फस गया है, तेनू किसने फड़ लिया जिहड़ा तेनू बाहर नहीं आण दे रहा। नमाज पढ़न गया सी कि नमाज होण गया सी? नमाज का ही रूप हो गया है। बाहर भी आ, हुण तेनू किसने फड़ लिया जिहड़ा तेनू बाहर नहीं आन दे रहा। जदों तीसरी बार आवाज़ लगाई, गुलाम अंदरों कहता है मैनू ओ बाहर नहीं आन दे रहा जिहड़ा तेनू अंदर नहीं आन दे रहा। अपना हुनर ना समझिए, गुरुद्वारे बाहर खड़े गल्लां मार रहे हैं जी, असीं तो लंगर की तैयारी कर रहे हैं जी, सानू तो काम ही बड़ा है, गुरुद्वारे बड़ी बैठी संगत, असीं की करना जाके। चेते रखिए गुलाम कह रहा है कि मैनू ओही बाहर नहीं आन दे रहा जिहड़ा तैनू अंदर नहीं आन दे रहा। हुण एक होर गल चेते रखिए, ये गल सुन के मैं अंदर ते आ जावां, पर अंदर हुंदे होए भी मैं कई बार बाहर होवांगा। गुरु नानक साहब की साखी सारिਆਂ ਨੂੰ याद होएगी। गुरु नानक साहब ਨੂੰ कहंदा काजी कि तुसी कहंदे हो हिंदू ते मुसलमान बराबर ने। बराबर ने? कहंदे बिल्कुल बराबर ने, ना को हिंदू ना को मुसलमान। कहंदे फिर साडे नाल नमाज पढ़ो। तुसी कहंदे बिल्कुल पढ़ लवांगे। गुरु नानक साहब कह रहे नमाज पढ़ लवांगे मसीत विच। नमाज पढ़ना शुरू कर दिया, काजी दे नाल सेठ भी है, दोए नमाज पढ़ रहे हैं। गुरु नानक साहब एक बार भी नमाज पढ़ते चुके नहीं, एक बार भी सजदा ना किया, एक बार भी सलाम ना किया, देखते रहे दोनों। नमाज समाप्ति हुई, कहते ढोंग ही सी सिर्फ कि नमाज पढ़ लांगे, कोई नहीं पढ़ी तुसी ते। गुरु नानक साहब कहते तू मैनू क्या सी कि मेरे नाल नमाज पढ़ना? कहता हाँ मेरे नाल ही तो पढ़नी सी। काजी कहता, कहते पर तू तो आप नमाज नहीं सी पढ़ रहा। इतिहास तो बड़े बखूब वाकफ हाँ कि तू तो सोचदा सी घर घोड़ी ने वछेरी दिती है, जानवर के बच्चे पैदा होंदे ही तुरना शुरू कर देंगे कुछ मिनटों बाद। तो कहते तू सोचदा सी घर खूह है, किधरे वछेरी तुरदी हुई खूह च ना डिग पवे, मर ना जावे, तू नमाज नहीं सी पढ़दा, तू तो अपने घर सी। सेठ कहता मेरे नाल पढ़ लेंदे। गुरु साहब कहते कमाल करदा है सेठा, तेरा तो ध्यान सी अरबी घोड़े आए न बाजार विच, मैं किधरे नमाज ही पढ़दा लेट हो गया तो घोड़े ही विक जाएंगे, मैं खरीद ही नहीं पावांगा। कहते कमाल हो गई, एक अपने घर बैठा है, एक बाजार बैठे, नमाज किस नाल पढ़दा मैं? ये साडे लई भी है। आ ते गए हैं गुरुद्वारे, पर मुआफ़ करना जे हुणे भी घर दे ख्याल, घर दे विचार, नौकरी का ख्याल, अपने वपार का ख्याल नाल लैके आए तो मैं गुरुद्वारे ते घट्टो घट नहीं आया। तो जे आया नहीं तो कोई लैके भी नहीं जा सकता, यकीनन तौर पर बन के ले जाना। अज तो असी ना बड़े चलाक हाँ, इंसान बड़ा ही चलाक है। पता है वपार करदा ना हमेशा देखदा पैसे घट देवां तो मुनाफा ज़्यादा हो जाए, यही देखते हैं असी। प्रॉफिट एंड लॉस बच्चे भी पढ़ते हैं ना,
ਕਿ ਘੱਟ ਤੋਂ ਘੱਟ ਪੈਸੇ ਦੇਵਾਂ ਤੇ ਵੱਧ ਤੋਂ ਵੱਧ ਮੁਨਾਫਾ ਕਿਵੇਂ ਹੋ ਜਾਵੇ। ਗੁਰੂ ਸਾਹਿਬ ਦਾ ਵੀ ਸ਼ਬਦ ਹੈ, ਕਿਨਹੀ ਬੰਜਿਆ ਕਾਂਸ਼ੀ ਤਾਂਬਾ, ਕਿਨਹੀ ਲੌਂਗ ਸੁਪਾਰੀ। ਕਹਿੰਦੇ ਨੇ ਮੇਰੇ ਵੀ ਸਿੱਖ ਆਣਗੇ ਤੇ ਇਹ ਵੀ ਵਣਜ ਕਰਨਗੇ। ਵਣਜ ਕਰੋ ਵਣਜਾਰਿਓ ਵੱਖਰ ਲਿਓ ਸਮਾਲ। ਕਿਨਹੀ ਬੰਜਿਆ ਕਾਂਸ਼ੀ ਤਾਂਬਾ, ਕਿਨਹੀ ਲੌਂਗ ਸੁਪਾਰੀ, ਸੰਤੋਂ ਬੰਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਅਸੀਂ ਕਿਸ ਚੀਜ਼ ਦਾ ਵਪਾਰ ਕਰਨ ਆਏ ਹਾਂ? ਹਰ ਕੇ ਨਾਮ ਕੇ ਵਿਆਪਾਰੀ। ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਫਿਰ ਮੈਂ ਕਹਿ ਦੇਵਾਂ, ਤੁਸੀਂ ਚੰਗਾ ਵਪਾਰੀ ਉਸ ਨੂੰ ਸਮਝੋਗੇ ਜਿਹੜਾ ਬਾਜ਼ਾਰ ਜਾਏ 10 ਰੁਪਏ ਲੈ ਕੇ ਤੇ 100 ਰੁਪਏ ਦੀ ਚੀਜ਼ ਲਿਆਏ। ਸਾਰੀ ਦੁਨੀਆ ਉਸ ਤੋਂ ਸੁਜੈਸ਼ਨਸ ਔਰ ਐਡਵਾਈਜ਼ਸ ਲੈਂਦੀ ਰਹੇਗੀ, ਕਿਵੇਂ ਵਪਾਰ ਕਰਦਾ ਤੂੰ, ਕਮਾਲ ਹੋ ਗਈ, 10 ਰੁਪਏ ਤੋਂ 100 ਬਣਾ ਲਿਆਇਆ, ਬੜਾ ਵਧੀਆ ਵਪਾਰੀ ਹੈ। ਹੁਣ ਮੈਂ ਇੱਕ ਹੋਰ ਗੱਲ ਕਹਿ ਦੇਵਾਂ, ਇਸ ਤੋਂ ਵੀ ਚਤੁਰ ਚਲਾਕ ਵਪਾਰੀ ਅਸੀਂ ਉਸ ਨੂੰ ਕਵਾਂਗੇ ਲੈ ਕੇ ਤੇ ਖੋਟਾ ਸਿੱਕਾ ਗਿਆ ਹੋਵੇ, ਪਾਟਿਆ ਨੋਟ ਲੈ ਕੇ ਗਿਆ ਹੋਵੇ, ਨਕਲੀ ਨੋਟ ਲੈ ਕੇ ਗਿਆ ਹੋਵੇ ਤੇ ਬਾਜ਼ਾਰ ਚਲਾ ਕੇ ਆ ਜਾਵੇ, ਚੰਗਾ ਮੁਨਾਫਾ ਕਮਾ ਕੇ ਆ ਜਾਵੇ, ਤੇ ਅਸੀਂ ਕਹਾਂਗੇ ਵਾਹ ਬਈ ਵਾਹ, ਇਸ ਤੋਂ ਸਿੱਖਣੀ ਚਾਹੀਦੀ ਹੈ ਕਿ ਵਪਾਰ ਕਰਨਾ ਕਿਵੇਂ ਹੈ। ਤੇ ਹੁਣ ਮੈਂ ਇਹ ਗੱਲ ਵੀ ਕਹਿ ਦੇਵਾਂ ਕਿ ਸਾਡੇ ਕੋਲ ਵੀ ਖੋਟਾ ਸਿੱਕਾ ਹੈ। ਗੁਰੂ ਕਹਿੰਦਾ ਤੂੰ ਖੋਟਾ ਹੀ ਸਿੱਕਾ ਦੇ, ਮੇਰੇ ਤੋਂ ਖਰਾ ਸੋਨਾ ਲੈ ਜਾ। ਹਰ ਕੇ ਨਾਮ ਕੇ ਵਿਆਪਾਰੀ, ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਗੁਰੂ ਕਹਿੰਦਾ ਤੂੰ ਇਸ ਸੰਸਾਰ ਦੇ ਦੁੱਖ ਰੋਗ ਕਲੇਸ਼ ਮੇਰੇ ਕੋਲ ਰੱਖ ਜਾ, ਮੇਰੇ ਤੋਂ ਸਦੀਵੀ ਸੁੱਖ ਆਨੰਦ ਹਰਖ ਲੈ ਜਾ। ਇਸ ਤਰ੍ਹਾਂ ਦਾ ਵੀ ਕੋਈ ਵਪਾਰੀ ਮਿਲੇਗਾ ਜਿਹੜਾ ਆਪ ਕਹਿ ਰਿਹਾ ਖੋਟੇ ਦੇ ਜਾ? ਮਿਲੇਗਾ ਕੋਈ ਵਪਾਰੀ? ਨਹੀਂ। ਜਿਹੜਾ ਇਹ ਕਹਿ ਸਕੇ ਗਾਵੀਐ ਸੁਣੀਐ ਮਨ ਰੱਖੀਐ ਭਾਓ, ਤੂੰ ਇਹ ਕਰ ਆ ਕੇ ਤੇ ਪਤਾ ਮੈਂ ਕੀ ਕਰਾਂਗਾ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਤੇਰੇ ਦੁੱਖ ਰੱਖ ਲਾਂਗਾ ਤੇ ਤੈਨੂੰ ਸੁੱਖ ਦੇ ਕੇ ਭੇਜਾਂਗਾ। ਹੈ ਕੋਈ ਵਪਾਰੀ ਇਸ ਤਰ੍ਹਾਂ ਦਾ? ਆਪੇ ਗੁਰੂ ਬਾਹਾਂ ਉਲਾਰ ਕੇ ਕਹਿ ਰਿਹਾ ਲੁੱਟ ਲੈ ਮੈਨੂੰ, ਲੂਟਣਾ ਹੈ ਤੋ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਛੇ ਪਛਤਾਓਗੇ ਪ੍ਰਾਣ ਜਾਏਂਗੇ ਛੂਟ। ਸੋ ਗੁਰਦੁਆਰੇ ਆ ਤੇ ਗਏ ਆ, ਪਰ ਇਹ ਨਾ ਹੋਵੇ ਕਿ ਵਛੇਰੀ ਦੀ ਦੇਖਭਾਲ ਕਰਦੇ ਰਹੀਏ, ਇਹ ਨਾ ਹੋਵੇ ਘੋੜੇ ਹੀ ਖਰੀਦਦੇ ਰਹੀਏ। ਆ ਗਏ ਹਾਂ, ਚੰਗੇ ਵਪਾਰੀ ਬਣੀਏ, ਗਾਵੀਐ ਸੁਣੀਐ ਮਨ ਰੱਖੀਐ ਭਾਓ। ਇਹ 3 ਕੰਮ ਕਰਕੇ ਲੈ ਕੇ ਹੀ ਜਾਈਏ ਤਾਂ ਹੀ ਗੁਰਦੁਆਰੇ ਆਇਆ ਸਫਲ ਹੋਵੇਗਾ। ਭਗਤ ਨਾਮਦੇਵ ਜੀ ਕੱਪੜੇ ਛਿਮਦੇ ਸਨ, ਡਾਇਰ ਸਨ, ਡਾਏ ਕਰਦੇ ਸਨ ਨਾ ਕੱਪੜਿਆਂ ਨੂੰ। ਇੱਕ ਦਿਨ ਘਰ ਨਹੀਂ ਸਨ, ਇੱਕ ਬੰਦਾ ਆਇਆ ਕੱਪੜੇ ਰੰਗਾਉਣ ਲਈ ਦੇ ਗਿਆ ਸੀ। ਭਗਤ ਨਾਮਦੇਵ ਜੀ ਦੀ ਵੋਟੀ ਤੋਂ ਕੱਪੜੇ ਵਾਪਸ ਲਏ, ਖੋਟਾ ਸਿੱਕਾ ਦੇ ਗਿਆ। ਤੇ ਉਹ ਕਹਿੰਦੇ ਇਹ ਸਿੱਕਾ ਤੇ ਨਹੀਂ ਚਲੇਗਾ। ਉਹ ਕਹਿੰਦੇ ਨਹੀਂ ਨਹੀਂ ਨਾਮਦੇਵ ਲੈ ਲੈਂਦੇ ਨੇ, ਇਹ ਚੱਲਦਾ। ਉਹਨਾਂ ਨੇ ਵੀ ਚੁੱਪ ਕਰਕੇ ਰੱਖ ਲਿਆ। ਨਾਮਦੇਵ ਜੀ ਆਏ, ਬੜਾ ਗੁੱਸਾ ਹੋਈ ਪਤਨੀ, ਕਮਾਲ ਹੈ ਜੀ, ਹੱਦ ਹੋ ਗਈ, ਖੋਟਾ ਸਿੱਕਾ ਦੇ ਗਿਆ ਤੇ ਕੱਪੜੇ ਰੰਗਾ ਕੇ ਚਲਾ ਗਿਆ। ਤੇ ਕਹਿੰਦਾ ਸੀ ਨਾਮਦੇਵ ਲੈ ਲੈਣਗੇ। ਕਹਿੰਦੇ ਹਾਂ ਭੱਲੀਏ ਲੈ ਲੈ। ਕਹਿੰਦੇ ਖੋਟਾ ਸਿੱਕਾ ਕਿਸ ਕੰਮ ਆਏਗਾ, ਰੰਗ ਵੀ ਅਸੀਂ ਵਰਤਿਆ, ਪਾਣੀ ਵੀ ਉਬਾਲਿਆ, ਉਧਰ ਚੁੱਲ੍ਹੇ ਦੀ ਲੱਕੜਾਂ ਵੀ ਅਸੀਂ ਬਾਲੀਆਂ, ਕਿੰਨਾ ਖਰਚਾ ਹੋਇਆ ਤੇ ਪੈਸੇ ਲਏ ਕੋਈ ਨਾ। ਤੇ ਕਹਿੰਦੇ ਤੂੰ ਇੱਕੋ ਖੋਟੇ ਸਿੱਕੇ ਤੋਂ ਦੁਖੀ ਹੋ ਗਈਆਂ, ਆ ਤੈਨੂੰ ਦਿਖਾਵਾਂ। ਇੱਕ ਖੁੱਡ ਪੱਟੀ ਦੇਖਿਆ, ਸਿੱਕੇ ਹੀ ਸਿੱਕੇ, ਸਾਰੇ ਖੋਟੇ। ਕਹਿੰਦੇ ਇਹ ਕੀ ਕੀਤਾ ਤੁਸੀਂ? ਕਹਿੰਦੇ ਇਹ ਨਾ ਰੋਜ਼ ਆਂਦਾ ਕੱਪੜੇ ਰੰਗਾਣ, ਰੋਜ਼ ਹੀ ਖੋਟਾ ਸਿੱਕਾ ਦੇ ਜਾਂਦਾ। ਕਹਿੰਦੇ ਤੁਸੀਂ ਰੋਜ਼ ਰੱਖ ਲੈਂਦੇ ਹੋ? ਕਹਿੰਦੇ ਹਾਂ, ਕੱਪੜੇ ਵੀ ਰੰਗ ਦਿੰਦਾ ਤੇ ਖੋਟਾ ਵੀ ਰੱਖ ਲੈਂਦਾ। ਕਿਉਂ? ਕਹਿੰਦੇ ਮੈਂ ਇਹ ਸੋਚਦਾ ਕਿ ਇਹ ਖੋਟਾ ਸਿੱਕਾ ਕਿਸੇ ਹੋਰ ਨੂੰ ਦੇ ਕੇ ਪਾਪ ਨਾ ਕਮਾਵੇ, ਖੋਟ ਮੈਨੂੰ ਦੇ ਜਾਵੇ ਤੇ ਗੁਣ ਮੇਰੇ ਤੋਂ ਲੈ ਜਾਵੇ। ਇਹ ਭਗਤਾਂ ਦਾ ਬਿਰਦ ਹੈ। ਤਾਂ ਹੀ ਨਾਮਦੇਵ ਹੋਰਾਂ ਨੂੰ ਅਸੀਂ ਚੁੱਕ ਰਹੇ ਹਾਂ ਰੋਜ਼, ਨਿਤ ਸਲਾਮਾ। ਕਹਿੰਦੇ ਨੇ ਭਲੀਏ ਲੋਕਾਂ ਦੀ ਖੋਟ ਰੱਖ ਲਈਦੀ ਹੁੰਦੀ ਹੈ, ਲੋਕਾਂ ਦਾ ਪਰਦਾ ਕੱਜ ਲਈਦਾ ਹੁੰਦਾ ਹੈ। ਸਤਿਗੁਰ ਢਾਕ ਲਿਆ ਮੋਹੇ ਪਾਪੀ ਪਰਦਾ, ਪ੍ਰੇਮ ਪਟੋਲਾ ਤੈਂ ਸਹਿ ਦਿੱਤਾ ਢੱਕਣ ਕੂ ਪਤ ਮੇਰੀ। ਸੋ ਆ ਗਏ ਆ ਨਾ, ਆ ਹੀ ਗਏ ਹਾਂ, ਭਾਵੇਂ ਸੁਖੀ ਹੋ ਕੇ ਦੁਖੀ ਹੋ ਕੇ ਬੱਧਾ ਰੁੱਧੀ ਜਿਵੇਂ ਵੀ ਆਏ ਆ ਗਏ ਆ ਨਾ, ਤੇ ਹੁਣ ਲੈ ਕੇ ਹੀ ਜਾਣਾ ਕੁਝ, ਯਕੀਨਨ ਲੈ ਕੇ ਜਾਣਾ। ਤੇ ਗੁਰੂ ਦੇਣ ਨੂੰ ਤਿਆਰ ਹੈ, ਦੁੱਖ ਪਰ ਹਰ ਸੁੱਖ। ਸੁੱਖ ਤੇ ਸਾਰਿਆਂ ਨੂੰ ਚਾਹੀਦਾ ਹੈ ਨਾ।
ਦੁੱਖ ਤੇ ਕਿਸੇ ਨੂੰ ਨਹੀਂ ਚਾਹੀਦਾ, ਤੇ ਗੁਰੂ ਕਹਿੰਦਾ ਛੋੜ ਜਾ ਮੇਰੇ ਕੋਲ। ਗੁਰ ਕੀ ਮਤ ਤੂੰ ਲੈ ਸਿਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਸ਼ਹੀਦ ਬਾਬਾ ਦੀਪ ਸਿੰਘ ਹੋਰਾਂ ਦਾ ਜਨਮ ਦਿਹਾੜਾ ਮਨਾ ਰਹੇ ਹਾਂ। ਇਸ਼ਤਿਹਾਰ ਮੈਂ ਕਈ ਵਾਰ ਦੇਖਿਆ ਤੇ ਲਿਖਿਆ ਹੁੰਦਾ ਪ੍ਰਕਾਸ਼ ਪੁਰਬ ਬਾਬਾ ਦੀਪ ਸਿੰਘ ਜੀ। ਛੋਟੀ ਜੀ ਬੇਨਤੀ ਕਹਿ ਕੇ ਟੂਕ ਮਾਤਰ ਮੈਂ ਅੱਗੇ ਤੁਰਾਂ। ਪ੍ਰਕਾਸ਼ ਤੋਂ ਭਾਵ ਕੀ ਹੈ? ਪ੍ਰਕਾਸ਼ ਜੋਤ ਦਾ, ਲੈਂਪ ਚੱਲ ਰਹੇ ਨੇ, ਝੂਮਰ ਚੱਲ ਰਹੇ ਨੇ, ਪ੍ਰਕਾਸ਼ ਹੈ, ਜੋਤ ਚੱਲ ਰਹੀ ਹੈ, ਧੂਪ ਬੱਤੀ ਚੱਲ ਰਹੀ ਹੈ, ਮੋਮਬੱਤੀ ਚੱਲ ਰਹੀ ਹੈ, ਚੁੱਲ੍ਹੇ 'ਚ ਅੱਗ ਬਲ ਰਹੀ ਹੈ, ਪ੍ਰਕਾਸ਼ ਹੈ। ਪ੍ਰਕਾਸ਼ ਕੇਵਲ ਪਰਮਾਤਮਾ ਕੋਲ ਹੀ ਹੈ। ਅਸੀਂ ਪਰਮਾਤਮਾ ਦਾ ਇੱਕ ਨਾਮ ਪੜ੍ਹਦੇ ਹਾਂ ਨਿਰੰਜਨ। ਨਿਰੰਜਨ ਦਾ ਅਰਥ ਕੀ ਹੈ? ਅੰਜਨ ਤੋਂ ਰਹਿਤ। ਅੰਜਨ ਕਹਿੰਦੇ ਨੇ ਕਾਲਖ ਨੂੰ, ਕੱਜਲ ਨੂੰ, ਕਾਜਲ ਤੋਂ ਰਹਿਤ। ਪਰਮਾਤਮਾ ਜਿਹੜਾ ਪ੍ਰਕਾਸ਼ ਸਰੂਪ ਹੈ। ਜਦੋਂ ਅਸੀਂ ਕਹਿੰਦੇ ਹਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਗੁਰੂ ਦੇ ਅਰਥ ਨੇ ਜਿਹੜਾ ਹਨੇਰੇ ਨੂੰ ਦੂਰ ਕਰ ਦੇਵੇ, ਜਿਹੜਾ ਪ੍ਰਕਾਸ਼ ਹੋਵੇ। ਕੈਸਾ ਪ੍ਰਕਾਸ਼? ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਵਾ। ਕੇਵਲ ਪਰਮਾਤਮਾ ਕੋਲ ਪ੍ਰਕਾਸ਼ ਹੈ, ਬਾਕੀ ਸਾਰੇ ਹਨੇਰ ਵਿੱਚ ਬੈਠੇ ਹਾਂ। ਫਿਰ ਮੈਂ ਕਹਾਂ ਪਰਮਾਤਮਾ ਤੋਂ ਬਾਅਦ ਗੁਰੂ ਕੋਲ ਵੀ ਪ੍ਰਕਾਸ਼ ਹੈ। ਕਿਵੇਂ ਗੁਰੂ ਕੋਲ ਪ੍ਰਕਾਸ਼ ਹੈ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹੇਗੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਉਹ ਅਕਾਲ ਪੁਰਖ ਦੀ ਜੋਤ ਗੁਰੂ ਨਾਨਕ ਸਾਹਿਬ ਵਿੱਚ ਸੀ, ਯਾਨੀ ਗੁਰੂ ਨਾਨਕ ਜਨਮ ਤੋਂ ਹੀ ਪ੍ਰਕਾਸ਼ੇ ਹੋਏ ਹਨ, ਤਾਂ ਕਰਕੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਹੈ। ਪੰਜਵੇਂ ਗੁਰਦੇਵ ਬਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ, ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਪੈਦਾ ਹੁੰਦੇ ਸਾਰ ਹੀ ਅਕਾਲ ਪੁਰਖ ਦਾ ਸਰੂਪ ਨੇ ਗੁਰੂ ਅਰਜਨ ਦੇਵ। ਫਿਰ ਕਲਗੀਧਰ ਆਪਣੇ ਬਾਰੇ ਆਪ ਲਿਖ ਦਿੰਦੇ ਹਨ, ਚਿਤ ਨਾ ਭਇਓ ਹਮਰੋ ਆਵਨ ਕੈ, ਚੁਬੀ ਰਹੀ ਸੁਰਤ ਪ੍ਰਭ ਚਰਨਨ ਮੈਂ। ਜਾਂ ਫਿਰ ਉਹ ਇਹ ਵੀ ਲਿਖ ਦਿੰਦੇ ਹਨ ਕਿ ਤਹੀਂ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਭਵ ਲਿਓ। ਪੈਦਾ ਹੁੰਦੇ ਹੀ ਜਿਨ੍ਹਾਂ ਦੇ ਅੰਦਰ ਜੋਤ ਜਗ ਰਹੀ ਹੈ, ਜਿਹੜੇ ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਪ੍ਰਕਾਸ਼ ਕੇਵਲ ਉਹਨਾਂ ਦਾ ਹੋ ਸਕਦਾ ਹੈ। ਬਾਕੀ ਸਾਰਿਆਂ ਦੇ ਜਨਮ ਦਿਹਾੜੇ ਹੀ ਨੇ। ਜਿਹੜੇ 15 ਭਗਤ ਨੇ ਉਹਨਾਂ ਦੇ ਵੀ ਜਨਮ ਦਿਹਾੜੇ ਹੀ ਮਨਾਉਂਦੇ ਹਾਂ ਅਸੀਂ। ਜਿਹੜੇ 3 ਗੁਰਸਿੱਖ ਨੇ ਉਹਨਾਂ ਦੇ ਵੀ ਜਨਮ ਦਿਹਾੜੇ ਹੀ ਮਨਾਉਂਦੇ ਹਾਂ। ਜਿਹੜੇ 11 ਭੱਟ ਨੇ ਉਹਨਾਂ ਦੇ ਵੀ ਜਨਮ ਦਿਹਾੜੇ ਮਨਾ ਰਹੇ ਹਾਂ। ਜਿਹੜੇ ਵੀ ਗੁਰਸਿੱਖ ਨੇ ਸਾਰਿਆਂ ਦੇ ਜਨਮ ਦਿਹਾੜੇ, ਪ੍ਰਕਾਸ਼ ਦਿਹਾੜੇ ਕੇਵਲ ਗੁਰੂ ਦੇ ਹੁੰਦੇ ਨੇ। ਕਿਉਂ? ਭਗਤ ਕਬੀਰ ਸਾਹਿਬ ਆਪ ਕਹਿਣਗੇ ਕਿ ਮੇਰਾ ਪ੍ਰਕਾਸ਼ ਨਹੀਂ ਹੋਇਆ, ਮੇਰਾ ਜਨਮ ਹੋਇਆ। ਉਹ ਕਹਿਣਗੇ ਐਸੇ ਕਰ ਹਮ ਬਹੁਤ ਬਸਾਏ, ਜਬ ਹਮ ਰਾਮ ਗਰਭ ਹੋਏ ਆਏ। ਕਬੀਰ ਸਾਹਿਬ ਕਹਿੰਦੇ ਨੇ ਮੈਂ ਕਈ ਵਾਰ ਜਨਮ ਲੈ ਚੁੱਕਿਆ, ਕਈ ਵਾਰ ਮਰ ਚੁੱਕਿਆ, ਪਰ ਕਹਿੰਦੇ ਨੇ ਇਸ ਵਾਰ ਮੈਂ ਇਤਨੀ ਭਗਤੀ ਕਰ ਲਈ, ਪਰਮਾਤਮਾ ਮੈਨੂੰ ਮਿਲ ਗਿਆ, ਪ੍ਰਕਾਸ਼ ਹੋ ਗਿਆ। ਪ੍ਰਕਾਸ਼ ਬਾਅਦ 'ਚੋਂ ਹੋਇਆ, ਘਾਲਣਾ ਘਾਲਣ ਤੋਂ ਬਾਅਦ ਹੋਇਆ, ਸਿੱਖ ਬਣਨ ਤੋਂ ਬਾਅਦ ਹੋਇਆ, ਸ਼ਿਸ਼ ਬਣਨ ਤੋਂ ਬਾਅਦ ਹੋਇਆ, ਗੁਰੂ ਧਾਰਨ ਕਰਨ ਤੋਂ ਬਾਅਦ ਹੋਇਆ, ਸੇਵਾ ਸਿਮਰਨ ਭਗਤੀ ਕਰਨ ਤੋਂ ਬਾਅਦ ਹੋਇਆ। ਪ੍ਰਕਾਸ਼ ਜਿਸ ਦਾ ਬਾਅਦ ਵਿੱਚ ਹੋਇਆ ਉਹ ਭਗਤ ਕਹਿਲਾਏ, ਉਹਨਾਂ ਦੇ ਜਨਮ ਦਿਹਾੜੇ। ਫਿਰ ਉਹ ਕਹਿ ਦਿੰਦੇ ਨੇ ਬਹੌਰ ਹਮ ਕਾਹੇ ਆਵਾਂਗੇ, ਹੁਣ ਨਹੀਂ ਮੈਂ ਆਵਾਂਗਾ। ਪਰ ਕਈ ਵਾਰ ਵਾਹਿਗੁਰੂ ਤਰੁੱਠ ਕੇ ਸਾਡੇ ਲੋਕਾਂ ਤੇ ਦਇਆ ਕਰਕੇ ਆਪਣਾ ਰੂਪ ਆਪ ਵਟਾ ਕੇ ਆ ਜਾਂਦਾ ਹੈ ਕਿ ਇਹਨਾਂ ਦਾ ਕੁਝ ਦੇਖ ਰੇਖ ਕਰਾਂ, ਇਹਨਾਂ ਦਾ ਕੁਝ ਭਲਾ ਕਰ ਦੇਵਾਂ। ਨਹੀਂ ਤੇ ਐਸੇ ਬੜੇ ਗੁਰਸਿੱਖ ਹੋਏ ਨੇ ਜਿਹੜੇ ਬੜੇ ਚੜ੍ਹਦੀ ਕਲਾ ਵਾਲੇ ਬ੍ਰਹਮ ਗਿਆਨੀ ਸਨ, ਬਾਬਾ ਦੀਪ ਸਿੰਘ ਵਰਗੇ। ਕਿਤਨਿਆਂ ਦੇ ਨਾਮ ਮੈਂ ਲਵਾਂ ਤੇ ਮੇਰੀ ਜ਼ਬਾਨ ਤੇ ਥੱਕ ਜਾਏਗੀ, ਮੇਰੀ ਬੁੱਧੀ ਤੇ ਛੋਟੀ ਪੈ ਜਾਏਗੀ, ਪਰ ਸਿੱਖ ਧਰਮ ਦੇ ਗੁਰਸਿੱਖਾਂ ਦੇ ਨਾਮ ਨਹੀਂ ਗਿਣੇ ਜਾ ਸਕਦੇ। ਕਿੰਨੇ ਕੁ ਹੋਣਗੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਕਿੰਨਿਆਂ ਨੇ ਦਿੱਤੇ ਹੋਣਗੇ। ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ। ਕਿੰਨੇ ਕੁ ਹੋਣਗੇ, ਗਿਣ ਸਕੋਗੇ? ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਪਰ ਸ਼ਰਤ ਇੱਕ ਰੱਖੀ, ਧਰਮ ਨਹੀਂ ਹਾਰਿਆ। ਸਿੱਖੀ ਨੂੰ ਕਿਵੇਂ ਨਿਭਾ ਲਿਆ? ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਫਿਰ ਅਸੀਂ ਕੀ ਕਰਦੇ ਹਾਂ? ਉਹਨਾਂ ਦੀ ਕਮਾਈ ਦਾ ਧਿਆਨ ਧਰਦੇ ਹਾਂ ਅਸੀਂ, ਉਹਨਾਂ ਦੇ ਚਿਹਰਿਆਂ ਦਾ ਧਿਆਨ ਨਹੀਂ ਧਰਦੇ, ਉਹਨਾਂ ਦੀ ਫੋਟੋਆਂ ਦਾ ਵੀ ਧਿਆਨ ਨਹੀਂ ਧਰਦੇ। ਮਾਫ਼ ਕਰਨਾ, ਉਹਨਾਂ ਦੀ ਕਮਾਈ ਦਾ ਤੇ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਦੀ ਕਮਾਈ ਦਾ ਧਿਆਨ ਧਰਦੇ ਹਾਂ। ਸੋ ਜਨਮ ਦਿਹਾੜੇ ਅਸੀਂ ਮਨਾ ਰਹੇ ਹਾਂ ਬਾਬਾ ਦੀਪ ਸਿੰਘ ਹੋਰਾਂ ਦੇ। ਬੜੀ ਉਹਨਾਂ ਦੀ ਕਮਾਈ ਸੀ। 1682 ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਪੋਵਿੰਡ ਤਰਨ ਤਾਰਨ ਅਜੋਕਾ ਪੰਜਾਬ ਵਿੱਚ
ਮਾਤਾ ਜਿਉਣੀ ਜੀ ਦੀ ਕੁੱਖੋਂ, ਪਿਤਾ ਭਾਈ ਭਗਤਾ ਜੀ। 1682 1682 ਗੁਰੂ ਗੋਬਿੰਦ ਸਿੰਘ ਸਾਹਿਬ ਤੋਂ 16 ਸਾਲ ਛੋਟੇ ਸਨ ਬਾਬਾ ਦੀਪ ਸਿੰਘ ਜੀ। ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਕਾਸ਼ 1666 1666 ਈਸਵੀ ਦਾ ਹੈ ਤੇ ਬਾਬਾ ਦੀਪ ਸਿੰਘ ਹੋਰਾਂ ਦਾ ਜਨਮ 1682 ਈਸਵੀ 82 ਦਾ ਹੈ। ਹੁਣੇ ਇਹਨਾਂ ਦਾ ਪਰਿਵਾਰ ਪੁਰਾਤਨ ਹੀ ਗੁਰਸਿੱਖ ਹੈ, ਪਰ ਬਾਬਾ ਦੀਪ ਸਿੰਘ ਜੀ ਥੋੜ੍ਹੇ ਵੱਡੇ ਹੋਣ ਤੋਂ ਬਾਅਦ ਕਲਗੀਧਰ ਹੋਰਾਂ ਦੀ ਸ਼ਰਨ ਵਿੱਚ ਆਏ ਹਨ। ਤਕਰੀਬਨ 17-18 ਸਾਲ ਦੇ ਹਨ ਤੇ ਵਿਸਾਖੀ ਵਾਲੇ ਦਿਨ ਜਦੋਂ ਕਲਗੀਧਰ ਪਾਤਸ਼ਾਹ ਦੇ ਕੋਲ ਇਹਨਾਂ ਦੇ ਮਾਪਿਓ ਲੈ ਕੇ ਆਉਂਦੇ ਨੇ, ਕਲਗੀਧਰ ਪੁੱਛ ਲੈਂਦੇ ਨੇ ਕੀ ਨਾਮ ਰੱਖਿਆ ਬੱਚੇ ਦਾ? ਕਹਿੰਦੇ ਨੇ ਗੁਰੂ ਸਾਹਿਬ ਇਸ ਦਾ ਨਾਮ ਰੱਖਿਆ ਦੀਪਾ। ਦੀਪਾ। ਹੁਣ ਮੈਂ ਇਹ ਵੀ ਅੱਗੇ ਜਾ ਕੇ ਬਿਆਨ ਕਰਾਂਗਾ ਕਿਵੇਂ ਸਾਡਾ ਨਾਮ ਇੱਕ ਰੱਖਿਆ ਜਾਂਦਾ ਹੈ। ਪੈਦਾ ਮੈਂ ਹੋਇਆ ਸੀ, ਮੇਰਾ ਨਾਮ ਰੱਖਿਆ ਗਿਆ ਸੀ ਗਗਨਦੀਪ ਸਿੰਘ, ਮਰਾਂਗਾ ਤੇ ਨਾਮ ਗਗਨਦੀਪ ਸਿੰਘ ਹੋਵੇਗਾ। ਇਹ ਇਕੱਲੇ ਬਾਬਾ ਦੀਪ ਸਿੰਘ ਹੀ ਨੇ ਜਿਨ੍ਹਾਂ ਦੇ ਨਾਮ 4 ਵਾਰ ਬਦਲੇ ਇਤਿਹਾਸ ਨੇ, 4 ਵਾਰ। ਕੀ ਨਾਮ ਰੱਖਿਆ? ਦੀਪਾ। ਕਹਿੰਦੇ ਨੇ ਫਿਰ ਮਾਈ ਅੱਜ ਤੂੰ ਮੇਰੇ ਤੋਂ ਇਹ ਬਚਨ ਲੈ ਜਾ। ਦੀਪ ਦੇ ਅਰਥ ਹੁੰਦੇ ਨੇ ਦੀਵਾ, ਦੀਪ, ਦਵੀਪ। ਦੀਪ ਕਹਿੰਦੇ ਆ ਨਾ ਅਸੀਂ ਹਿੰਦੀ ਵਿੱਚ ਦੀਵੇ ਨੂੰ ਦੀਪ। ਕਹਿੰਦੇ ਨੇ ਫਿਰ ਮਾਈ ਸਾਡੇ ਤੋਂ ਇਹ ਬਚਨ ਲੈ ਜਾ ਕਿ ਇਹ ਦੀਪਾ ਇਸ ਤਰ੍ਹਾਂ ਦਾ ਦੀਵਾ ਹੋਵੇਗਾ ਕਿ ਰਹਿੰਦੀ ਦੁਨੀਆ ਤੱਕ ਦੀ ਜੋਤਾਂ ਬੁੱਝ ਜਾਣਗੀਆਂ। ਇਹ ਦੀਵਾ ਨਾ ਅੱਜ ਬੁਝਿਆ ਤੇ ਨਾ ਕੱਲ ਬੁਝੇਗਾ। ਇਹ ਉਹ ਦੀਪਾ ਹੋਵੇਗਾ। ਅੰਮ੍ਰਿਤ ਛਕਾ ਕੇ ਨਾਮ ਰੱਖ ਦਿੱਤਾ ਭਾਈ ਦੀਪ ਸਿੰਘ। ਦੂਸਰਾ ਨਾਮ ਮਿਲਿਆ, ਪਹਿਲਾ ਸੀ ਦੀਪਾ, ਹੁਣ ਇੱਕ ਤੇ ਪਦਵੀ ਵੀ ਮਿਲ ਗਈ ਭਾਈ ਦੀ ਤੇ ਨਾਲ ਸਿੰਘ ਵੀ ਲੱਗਿਆ, ਭਾਈ ਦੀਪ ਸਿੰਘ। ਥੋੜਾ ਇਹਨਾਂ ਦੇ ਜੀਵਨ ਬਾਰੇ ਫਿਰ ਦੱਸਾਂਗਾ, 4 ਨਾਮ ਹੋਰ ਕਿਵੇਂ ਬਦਲੇ। ਕਲਗੀਧਰ ਹੋਰਾਂ ਕੋਲ ਆਏ, 3-4 ਸਾਲ ਗੁਰਦੇਵ ਕੋਲ ਰਹੇ। ਸ਼ਸਤਰ ਵਿਦਿਆ ਔਰ ਸ਼ਾਸਤਰ ਵਿਦਿਆ ਦੇ ਬੜੇ ਨਿਪੁੰਨ ਬਣੇ। ਸ਼ਸਤਰ ਵਿਦਿਆ ਆਪ ਕਲਗੀਧਰ ਹੋਰਾਂ ਨੇ ਸਿਖਾਈ ਹੈ, ਭਾਈ ਦੀਪੇ ਨੂੰ ਆਪ ਸਿਖਾਈ ਹੈ। ਤੇ ਸ਼ਾਸਤਰ ਵਿਦਿਆ ਲਈ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਆਏ ਸਨ ਸਿਖਾਣ। ਕੌਣ ਸਨ ਹਰਮੰਦਰ ਸਾਹਿਬ ਦੇ ਗ੍ਰੰਥੀ ਉਸ ਵਕਤ? ਭਾਈ ਮਨੀ ਸਿੰਘ ਜੀ। ਇਹ ਬੱਚਿਆਂ ਨੇ ਵੀ ਚੇਤੇ ਰੱਖਣੀਆਂ ਗੱਲਾਂ। ਭਾਈ ਮਨੀ ਸਿੰਘ ਜੀ ਹਰਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਹਨ। ਜਦੋਂ ਆਉਂਦੇ ਹਨ ਤੇ ਸ਼ਾਸਤਰ ਵਿਦਿਆ ਵਿੱਚ ਸੰਸਕ੍ਰਿਤ, ਉਰਦੂ, ਅਰਬੀ, ਫਾਰਸੀ ਵਿੱਚ ਨਿਪੁੰਨ ਕੀਤਾ ਹੈ ਭਾਈ ਦੀਪ ਸਿੰਘ ਹੋਰਾਂ ਨੂੰ। ਮੈਂ ਹੈਰਾਨ ਹੁੰਦਾ ਗ੍ਰੰਥੀ ਵੀ ਕੈਸੇ ਸਨ ਕਿ ਉਹਨਾਂ ਦੀ ਆਭਾ ਤੋਂ ਲੋਕੀ ਪ੍ਰਭਾਵਿਤ ਸਨ। ਜਿਸ ਗਲੀ ਕੂਚੇ 'ਚੋਂ ਗ੍ਰੰਥੀ ਸਿੰਘ ਨਿਕਲ ਜਾਣ, ਉਹ ਗਲੀ ਕੂਚੇ ਨੂੰ ਕਹਿਣ ਦੀ ਲੋੜ ਨਹੀਂ ਸੀ ਪੈਂਦੀ ਕਿ ਸਿੱਖ ਬਣੋ। ਉਹਨਾਂ ਦੀ ਆਭਾ ਉਹਨਾਂ ਨੂੰ ਸਿੱਖ ਬਣਾ ਦਿੰਦੀ ਸੀ। ਮੁਆਫ ਕਰਨਾ ਪ੍ਰਬੰਧਕਾਂ ਦੇ ਤੇ ਅਸੀਂ ਬੜੇ ਨੁਕਸ ਕੱਢ ਲਏ। ਪ੍ਰਬੰਧਕ ਇਸ ਤਰ੍ਹਾਂ ਦੇ ਨੇ ਜੀ, ਅੰਮ੍ਰਿਤਧਾਰੀ ਨਹੀਂ ਨੇ, ਗੁਰਦੁਆਰੇ ਨਹੀਂ ਆਉਂਦੇ, ਦਾੜੀ ਰੰਗੇ ਨੇ, ਕੇਸਾਂ ਦੀ ਬੇਅਦਬੀ ਕਰਦੇ ਨੇ, ਪਤਾ ਹੀ ਕੋਈ ਨਹੀਂ ਹੈ। ਤੇ ਮੈਂ ਇੱਧਰ ਤੱਕ ਵੀ ਕਹਿ ਦੇਵਾਂ, ਜੇ ਪ੍ਰਬੰਧਕਾਂ ਦਾ ਕਸੂਰ ਹੈ ਤੇ ਗ੍ਰੰਥੀ ਸਿੰਘ ਕਿਹੜੇ ਸਾਡੇ ਕੋਲ ਕਮਾਲ ਦੇ ਨੇ? ਭਾਈ ਮਨੀ ਸਿੰਘ ਵਰਗੇ, ਬਾਬਾ ਬੁੱਢਾ ਜੀ ਵਰਗੇ ਹੈ ਨ ਕੋਈ ਇਸ ਤਰ੍ਹਾਂ ਦੇ ਗ੍ਰੰਥੀ ਕਿ ਇੱਕ ਗ੍ਰੰਥੀ ਹੋਵੇ ਗਲੀ ਕੂਚੇ 'ਚੋਂ ਨਿਕਲ ਜਾਵੇ ਤੇ ਲੋਕਾਂ ਨੂੰ ਕਹਿਣ ਦੀ ਲੋੜ ਨਾ ਪਵੇ ਕਿ ਸਿੱਖ ਬਣੋ? ਹੈ ਕੋਈ ਕਥਾਵਾਚਕ ਭਾਈ ਗੁਰਦਾਸ ਵਰਗਾ ਜਿਹੜੇ ਜਿਸ ਥਾਂ ਤੇ ਬੈਠ ਜਾਣ ਦੁਨੀਆ ਖਿੱਚੀ ਚਲੀ ਆਵੇ, ਹਿਰਨਾਂ, ਗਾਵਾਂ ਤੇ ਬੱਕਰੀਆਂ ਦੀ ਡਾਰਾਂ ਵੀ ਖਿੱਚੀਆਂ ਚਲੀਆਂ ਆਣ, ਇਤਨੇ ਮੁਤਾਸਿਰ ਕਰਨ ਕਿਸੇ ਦੇ ਬਚਨ? ਹੈ ਕੋਈ ਐਸਾ ਕਥਾਵਾਚਕ? ਹੈ ਕੋਈ ਐਸਾ ਰਾਗੀ ਭਾਈ ਮਰਦਾਨਾ ਗਾਣ ਤੇ ਬਨਸਪਤੀ ਵੀ ਝੁਕ ਜਾਵੇ? ਜੇ ਸਾਡੇ ਕੋਲ ਪ੍ਰਬੰਧਕ ਐਸੇ ਨਹੀਂ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਪ੍ਰਬੰਧਕ ਨਹੀਂ, ਤੇ ਮੁਆਫ ਕਰਨਾ ਬਾਬਾ ਬੁੱਢਾ ਵਰਗੇ ਗ੍ਰੰਥੀ ਵੀ ਕੋਈ ਨਹੀਂ। ਤਾਲੀ ਦੋਏ ਹੱਥਾਂ ਨਾਲ ਵੱਜਦੀ ਹੈ। ਜੇ ਕਿਤੇ ਪੰਥ ਵਿੱਚ ਦੁਫਾੜ ਪੈਦਾ ਹੁੰਦਾ ਹੈ ਰਾਗੀ ਪ੍ਰਚਾਰਕਾਂ ਦੇ ਪ੍ਰਬੰਧਕਾਂ ਵਿੱਚ, ਤੇ ਦੋਨਾਂ ਨੂੰ ਸੰਭਲਣਾ ਚਾਹੀਦਾ ਹੈ। ਯਾਨੀ ਦੋਨਾਂ ਦੀ ਗਲਤੀ ਹੈ। ਮੈਂ ਆਪਣੀ ਪੱਗ ਵੀ ਵਿੱਚ ਰੱਖ ਰਿਹਾ। ਸੋ ਭਾਈ ਮਨੀ ਸਿੰਘ ਹੋਰਾਂ ਨੇ ਸ਼ਾਸਤਰ ਵਿਦਿਆ ਵਿੱਚ ਨਿਪੁੰਨ ਕੀਤਾ, ਕਲਗੀਧਰ ਪਿਤਾ ਜੀ ਨੇ ਸ਼ਸਤਰ ਵਿਦਿਆ ਵਿੱਚ ਨਿਪੁੰਨ ਕੀਤਾ। ਬਾਬਾ ਦੀਪ ਸਿੰਘ ਤਮਾਮ ਉਹਨਾਂ ਗੁਰਸਿੱਖਾਂ ਵਿੱਚ ਸ਼ਾਮਿਲ ਸਨ ਜਿਨ੍ਹਾਂ ਨੇ ਤੋਪ ਹੋਰ ਬੰਦੂਕ ਚਲਾਣੀ ਵੀ ਸਿੱਖੀ ਸੀ, ਜਿਹੜੀ ਉਸ ਵਕਤ ਬਹੁਤ ਘੱਟ ਲੋਕੀ ਜਾਣਦੇ ਸਨ। ਤੀਰ, ਨੇਜ਼ੇ, ਬਰਛੀਆਂ, ਗੁਰਜ, ਖੰਡੇ, ਸ਼ਮਸ਼ੀਰਾਂ ਇਹ ਤੇ ਸਾਰੇ ਚਲਾ ਲੈਂਦੇ ਸਨ, ਘੁੜਸਵਾਰੀ ਸਾਰੇ ਕਰ ਲੈਂਦੇ ਸਨ, ਪਰ ਤੋਪਾਂ
ਤੇ ਬੰਦੂਕਾਂ ਚਲਾਣੀਆਂ ਵਿਰਲੇ ਹੀ ਕਿਸੇ ਨੂੰ ਆਉਂਦੀਆਂ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਭਾਈ ਦੀਪ ਸਿੰਘ ਹੋਰਾਂ ਨੂੰ ਚਲਾਣੀਆਂ ਸਿਖਾਈਆਂ ਤੇ ਬੜੇ ਮਹਾਨ ਯੋਧੇ ਤੇ ਹੈ ਸਨ, ਨਾਮ ਬਾਣੀ ਦੇ ਬੜੇ ਰਸੀਆ ਸਨ। ਖੈਰ ਸਮਾਂ ਗੁਜ਼ਰਿਆ 1703 ਭਾਈ ਦੀਪ ਸਿੰਘ ਹੋਰਾਂ ਦੇ ਪਿਤਾ ਜੀ ਆਉਂਦੇ ਹਨ ਦਮਦਮਾ ਸਾਹਿਬ। ਕਲਗੀਧਰ ਪਾਤਸ਼ਾਹ ਤੋਂ ਇਜਾਜ਼ਤ ਲੈ ਕੇ ਤੇ ਉਹਨਾਂ ਨੂੰ ਵਾਪਸ ਲੈ ਜਾਂਦੇ ਨੇ ਘਰ। ਕਲਗੀਧਰ ਪਿਤਾ ਜੀ ਕਹਿੰਦੇ ਨੇ ਕਿ ਤੁਸੀਂ ਹੁਣ ਆਪਣੇ ਪਿੰਡ ਪੋਵਿੰਡ ਜਾ ਕੇ ਪ੍ਰਚਾਰ ਕਰਨਾ। ਉੱਧਰ ਜਾ ਕੇ ਭਾਈ ਦੀਪ ਸਿੰਘ ਹੋਰਾਂ ਨੇ ਸਿੱਖ ਧਰਮ ਦਾ ਬੜਾ ਪ੍ਰਚਾਰ ਕੀਤਾ, ਬੜਾ ਪ੍ਰਸਾਰ ਕੀਤਾ। ਪਿੱਛੇ 1704 ਜੰਗ ਲੱਗਿਆ, ਕਲਗੀਧਰ ਹੋਰਾਂ ਦਾ ਸਰਬੰਸ ਪੂਰਾ ਵਾਰਿਆ ਗਿਆ, ਬੜੀ ਮਹਾਨ ਕੁਰਬਾਨੀਆਂ, ਮਹਾਨ ਸ਼ਹਾਦਤਾਂ ਹੋਈਆਂ। ਪਰ ਅਫਸੋਸ ਦੀ ਗੱਲ, ਇਹ ਖਬਰ ਭਾਈ ਦੀਪ ਸਿੰਘ ਹੋਰਾਂ ਤੱਕ ਪਹੁੰਚ ਹੀ ਨਾ ਸਕੀ ਕਿ 1704 ਵਿੱਚ ਕੀ ਵਾਪਰ ਗਿਆ ਹੈ, ਆਨੰਦਪੁਰ ਕਿਵੇਂ ਖੇਰੂ ਹੋ ਗਿਆ ਹੈ, ਸਰਸਾ ਦੇ ਕਿਨਾਰੇ ਕਿਵੇਂ ਪਰਿਵਾਰ ਵਿਛੜ ਗਿਆ ਹੈ, ਕਿਵੇਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ, ਕਿਵੇਂ ਕਲਗੀਧਰ ਕੇਵਲ ਇਕੱਲੇ ਰਹਿ ਗਏ ਹਨ। ਇਹ ਭਾਈ ਦੀਪ ਸਿੰਘ ਹੋਰਾਂ ਤੱਕ ਗੱਲ ਪਹੁੰਚ ਹੀ ਨਾ ਸਕੀ। ਕਿਉਂ? ਪ੍ਰਚਾਰ ਪ੍ਰਸਾਰ ਦੇ ਇਤਨੇ ਸਾਧਨ ਨਹੀਂ ਸਨ, ਕਮਿਊਨੀਕੇਸ਼ਨ ਇਤਨਾ ਅੱਛਾ ਪ੍ਰਬੰਧ ਹੈ ਨਹੀਂ ਸੀ। 1705 ਤੱਕ ਜਾ ਕੇ, ਸਾਲ ਗੁਜ਼ਰ ਗਿਆ ਸ਼ਹਾਦਤ ਨੂੰ, ਤਾਂ ਜਾ ਕੇ ਭਾਈ ਦੀਪ ਸਿੰਘ ਹੋਰਾਂ ਤੱਕ ਗੱਲ ਪਹੁੰਚੀ ਕਿ ਇਹ ਭਾਣਾ ਵਾਪਰ ਗਿਆ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਦਮਦਮਾ ਸਾਹਿਬ ਆ ਕੇ ਜਦੋਂ ਕਮਰ ਕੱਸਾ ਖੋਲ ਦਿੱਤਾ, ਦਮਦਮਾ ਸਾਹਿਬ ਦਾ ਨਾਮ ਉਦੋਂ ਰੱਖਿਆ ਦਮਦਮਾ, ਕਮਰ ਕੱਸਾ ਖੋਲ ਦਿੱਤਾ ਕਿ ਅੱਜ ਤੋਂ ਬਾਅਦ ਮੈਂ ਜੰਗਾਂ ਨਹੀਂ ਲੜਾਂਗਾ, ਅੱਜ ਮੈਂ ਇੱਥੇ ਦਮ ਲਿਆ ਤੇ ਗੁਰਦੁਆਰੇ ਦਾ ਨਾਮ ਕੀ ਪੈ ਗਿਆ? ਦਮਦਮਾ, ਕਿ ਮੈਂ ਇੱਥੇ ਦਮ ਲਿਆ, ਚੈਨ ਦਾ ਸਾਹ ਲਿਆ, ਹੁਣ ਮੈਂ ਜੰਗਾਂ ਲਈ ਨਹੀਂ ਲੜਾਂਗਾ। ਵੈਸੇ ਵੀ ਜੰਗ ਲੜਨੀ ਪਿਤਾ ਜੀ ਦਾ ਸ਼ੌਂਕ ਹੈ ਹੀ ਨਹੀਂ ਸੀ। ਉਹ ਕਹਿੰਦੇ ਨੇ ਲਾਚਾਰ ਹੋ ਕੇ ਮੈਂ ਹਥਿਆਰ ਚੁੱਕ ਰਿਹਾ, ਬਲਾਚਾਰਗੀ ਦਰਮਿਆਮ ਆਮਦਮ ਬਤਦ ਬੀਰੋ ਤੀਰੋ ਤੁਫੰਗ ਆਮਦਮ। 1705 ਵਿੱਚ ਭਾਈ ਦੀਪ ਸਿੰਘ ਹੋਰਾਂ ਕੋਲ ਤਾਰ ਜਾਂਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਮਦਮਾ ਸਾਹਿਬ ਬੁਲਾਉਂਦੇ ਹਨ। ਭਾਈ ਮਨੀ ਸਿੰਘ ਵੀ ਉੱਥੇ ਹਨ, ਭਾਈ ਦੀਪ ਸਿੰਘ ਵੀ ਉੱਥੇ ਹਨ। ਦਮਦਮਾ ਸਾਹਿਬ ਬਹੁਤ ਸੋਹਣਾ ਗੁਰਦੁਆਰਾ ਬਣ ਚੁੱਕਿਆ ਹੈ। ਇਸ ਗੁਰਦੁਆਰੇ ਦੇ ਪਹਿਲੇ ਜਥੇਦਾਰ ਨੇ ਭਾਈ ਦੀਪ ਸਿੰਘ, ਪਹਿਲੇ ਜਥੇਦਾਰ। ਦਮਦਮਾ ਸਾਹਿਬ ਅੱਜ ਤੇ ਤਖਤ ਕਹਿਲਾਇਆ ਜਾਂਦਾ ਹੈ, ਪਰ ਇਹ 1666 ਵਿੱਚ ਤਖਤ ਬਣਿਆ, 1966 ਵਿੱਚ। ਉਸ ਤੋਂ ਪਹਿਲੇ ਤਖਤ ਨਹੀਂ ਸੀ। 4 ਹੀ ਤਖਤ ਸਨ, ਅਕਾਲ ਤਖਤ ਸਾਹਿਬ, ਪਟਨਾ ਸਾਹਿਬ, ਹਜ਼ੂਰ ਸਾਹਿਬ ਤੇ ਕੇਸਗੜ੍ਹ ਸਾਹਿਬ, ਇਹ 4 ਤਖਤ ਸਨ। ਭਾਈ ਦੀਪ ਸਿੰਘ ਹੋਰਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤੇ ਭਾਈ ਮਨੀ ਸਿੰਘ ਹੋਰਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਡਿਊਟੀਆਂ ਲਾਈਆਂ ਕਿ ਹੁਣ ਮੈਂ ਦਮ ਲੈ ਲਿਆ, ਹੁਣ ਅਗਲੇ ਗੁਰੂ ਦੇ ਸੰਚਾਲਨ ਦੀ ਤਿਆਰੀ ਕਰਨੀ ਹੈ, ਅਗਲੇ ਗੁਰੂ ਨੂੰ ਗੱਦੀ ਤੇ ਬਿਠਾਣਾ ਹੈ, ਸਾਡਾ ਆਖਰੀ ਸਮਾਂ ਨੇੜੇ ਹੀ ਹੈ। ਤੁਸੀਂ ਦੋਨੋਂ ਇਸ ਤਰ੍ਹਾਂ ਕਰੋ, ਧੀਰ ਮੱਲੀਆਂ ਕੋਲ ਗੁਰੂ ਅਰਜਨ ਦੇਵ ਜੀ ਦਾ ਲਿਖਵਾਇਆ ਸਰੂਪ ਪਿਆ ਹੈ, ਉਹਨਾਂ ਤੋਂ ਬੇਨਤੀ ਕਰਕੇ ਲੈ ਆਓ ਤਾਂ ਕਿ ਅਸੀਂ ਸੰਪੂਰਨ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵਿੱਚ ਲਿਖ ਕੇ ਤੇ ਆਦਿ ਗ੍ਰੰਥ ਦੀ ਬੀੜ ਤਿਆਰ ਕਰੀਏ। ਧੀਰ ਮੱਲੀਆਂ ਕੋਲ ਗਏ ਤੇ ਇੱਥੇ ਮੈਂ ਇਹ ਵੀ ਅਰਜ਼ ਕਰਾਂ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਕੋਲ ਆਪ ਕੋਈ ਸਰੂਪ ਹੈ ਨਹੀਂ ਸੀ, ਹੈ ਸਨ, ਪਰ ਸਰਸਾ ਦੇ ਕਿਨਾਰੇ ਬੜਾ ਭਾਰੀ ਨੁਕਸਾਨ ਹੋਇਆ, ਜਿਸ ਵਿੱਚ ਬੜੇ ਸਾਰੇ ਗ੍ਰੰਥ ਵੀ ਰੁੜ ਗਏ ਸਨ। ਵਿਦਿਆ ਸਾਗਰ, ਦਸਮ ਗ੍ਰੰਥ ਦੀਆਂ ਬੀੜਾਂ, ਆਦਿ ਗ੍ਰੰਥ ਦੀਆਂ ਬੀੜਾਂ, 300 ਮਨ ਦਾ ਵਿਦਿਆ ਸਾਗਰ ਗ੍ਰੰਥ ਸੀ, ਬਹੁਤ ਭਾਰਾ ਗ੍ਰੰਥ, ਬੜਾ ਇਤਿਹਾਸ ਗੁਰੂ ਸਾਹਿਬ ਨੇ ਆਪ ਲਿਖਿਆ ਸੀ, ਸਭ ਜਾਣਦਾ ਰਿਹਾ। ਤੇ ਗੁਰੂ ਸਾਹਿਬ ਕਹਿੰਦੇ ਨੇ ਧੀਰ ਮੱਲੀਆਂ ਕੋਲ ਹੁਣੇ ਵੀ ਹੈ ਗੁਰੂ ਅਰਜਨ ਦੇਵ ਜੀ ਦਾ ਲਿਖਵਾਇਆ ਸਰੂਪ, ਤੁਸੀਂ ਬੇਨਤੀ ਕਰਕੇ ਲਿਆਓ। ਭਾਈ ਦੀਪ ਸਿੰਘ, ਭਾਈ ਮਨੀ ਸਿੰਘ ਜਾਂਦੇ ਨੇ, ਧੀਰ ਮੱਲੀ ਮੁੱਕਰ ਜਾਂਦੇ ਨੇ, ਨਹੀਂ ਦੇ ਰਹੇ ਅਸੀਂ ਸਰੂਪ। ਇਹ ਸੋਚ ਕੇ ਬੈਠੇ ਸਨ ਸਰੂਪ ਸਾਡੇ ਕੋਲ ਹੈ, ਬਾਣੀ ਸਾਰੀ ਸਾਡੇ ਕੋਲ ਹੈ, ਕਿਸ ਡੰਕੇ ਦੀ ਚੋਟ ਤੇ ਗੁਰੂ ਗੋਬਿੰਦ ਸਿੰਘ ਕਵੇਗਾ ਕਿ ਉਹ ਗੁਰੂ ਹੈ, ਅਸੀਂ ਨਹੀਂ ਦਿੰਦੇ ਸਰੂਪ। ਤੇ ਹੁਣ ਮੈਂ ਕਵਾਂ, ਜਿਹੜਾ ਗੁਰੂ ਗੋਬਿੰਦ ਸਿੰਘ ਹੋਵੇ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ, ਉਸ ਗੁਰੂ ਗੋਬਿੰਦ ਸਿੰਘ ਤੋਂ ਵੀ ਕੁਝ ਲੁਕਾਇਆ ਜਾ ਸਕਦਾ ਹੈ, ਉਸ ਤੋਂ ਵੀ ਸਰੂਪ ਛੁਪਾਏ ਜਾ ਸਕਦੇ ਹਨ? ਬਿਲਕੁਲ ਵੀ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਲਿਆ ਕਰਤਾਰ ਦਾ ਨਾਮ, ਭਾਈ ਮਨੀ ਸਿੰਘ ਨੂੰ ਬਿਠਾ ਦਿੱਤਾ, ਭਾਈ ਮਨੀ ਸਿੰਘ ਜੀ ਲਿਖੋ, ਕਰਤਾਰ ਭਲੀ ਕਰੇਗਾ। ਸਾਰਾ ਸਰੂਪ ਤਕਰੀਬਨ 9 ਮਹੀਨੇ ਲਗਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ ਦਮਦਮਾ ਸਾਹਿਬ ਵਿੱਚ ਭਾਈ ਮਨੀ ਸਿੰਘ ਹੋਰਾਂ ਤੋਂ ਲਿਖਵਾਇਆ, ਸਾਰਾ ਸਰੂਪ ਜ਼ਬਾਨੀ ਲਿਖਵਾਇਆ। ਹੁਣ ਕਈ ਸਾਡੇ ਵਿੱਚੋਂ ਹੀ ਕਟਾਕਸ਼ ਪੈਦਾ ਕਰ ਦੇਣਗੇ, ਸਰੂਪ ਜ਼ਬਾਨੀ ਕੋਈ ਕਿਵੇਂ ਲਿਖਵਾ ਸਕਦਾ?
इतना वड्डा गुरु ग्रंथ साहब 1430 अंग होण। चलो गुरु तेग बहादुर साहब की बाणी हटा लीए, जिहड़ी करतारपुर की भीड़ है गुरु अर्जन देव साहब की लिखवाई, उस 917 अंग, 917 ते लोकी शक चुक लेंदे ने। इन्ना बाणी इन्ना ज्ञान किस नूं याद हो सकता है? मैं क्या हद हो गई, शक भी गुरु ते। फिर किस बिना ते असीं कह रहे हैं डंडौत बंधन अनेक बार सरब कला समर्थ। जिहड़ा सरब कला दा समर्थ है उसनूं 917 पन्ने भी ना याद होणगे। फिर ते इस गल ते भी कल शक हो सकता है कि गुरु तेग बहादुर साहब बकाले हन, समुंदर भी जहाज़ डुब रहा है, इन्नी दूरों मदद किवें हो रही है? फिर ते शक इस ते भी हो सकता है, हुंदा है इन्ना वड्डा पहाड़ वली कंधारी सुट दवे, एक हाथ नाल पहाड़ किवें रोकिया जा सकता है? शक ते कल इस ते भी उठ सकता है, लो तप रही होवे, चेहरे ते मुस्कुराहट नाल कोई तवे ते किवें बैठ सकता है? शक इस ते भी उठ सकता है। 7 साल 9 साल की उम्र होवे, नीहां विच चिणवा दे ते रोया ना होवे, शक इस ते भी उठ सकता है। 95 साल की उम्र होवे, बंद बंद कटा दे भाई मनी सिंह ते क्या कुछ ना होवे, शक उठाण नूं ते मस्कीन जी कहंदे सी 2 साल का बच्चा भी चुक सकता है। समझदार वो है जिहड़ा गुरु की कीती नूं जाने, अकिरत कण ना बने। वो कहंदे ना तिस भारे परबतां आसमान खांदे। कहंदे धरती नूं पुछया कि मैं तेरे उपर भार की है, कि बड़े भारी पर्बत जिहड़े ने तेरे सीने उपर भार है? धरती कहंदी नहीं, ना तिस भारे परबतां आसमान खांदे। फिर वो कहंदे ना तिस भारे परबतां, ना तिस भारे तरवरां, ना तिस भारे सरसायरां, ना मैनू सर सागर, ना बनस्पति, ना जी जंत, ना जानवर, ये कुछ भी भारे नहीं ने। भाई गुरदास कहते दस ते सही भारा कोई तो है? कहते है भारा, भारे भूई अकिरत कण मंदी हूँ मंदे। सब तो मंदे सब तो भारे वो ने जिहड़े गुरु की कीती नूं ना जानन, एहसान ना मनन। ते हुण मैं ये बेनती करां, भाई कान सिंह जी नाभा का नाम सारिਆਂ ने सुनिया, बड़ा महान ग्रंथ, महान कोश, डिक्शनरी जिहड़ी उन्होंने एनसाइक्लोपीडिया कल्ले मनुख ने तैयार की। भाई कान सिंह जी नाभा, उन्होंने पिता जी ने भाई नारायण सिंह जी। भाई नारायण सिंह जी नूं संपूर्ण गुरु ग्रंथ साहब एक ओंकार तो लैके 18 10 20 तक कंठ सी। भाई नारायण सिंह अजोके समय की गल है, 100-150 साल पुरानी गल होगी। एक गुरसिख नूं संपूर्ण गुरु ग्रंथ साहब कंठ हो सकता है, पर सानू ये यकीन नहीं कि गुरु गोबिंद सिंह नूं भी कंठ हो। शक है। जदों तक शक है उदों तक मैं गुरु दा सिख ते नहीं। सो रो विचार कलगीधर पिता जी ने आप आदि ग्रंथ दी भीड़ श्लोक महला 9वां उपरंत 57 श्लोक ते 59 शब्द गुरु तेग बहादुर साहब दे आप दर्ज करा के ते दमदमा साहब विच आदि ग्रंथ दी भीड़ तैयार कराई भाई मनी सिंह तो। हुण उन्होंने हुक्म किया, भाई दीप सिंह तुसी इत्थे दे जथेदार हो, जिन्नी तुहाडी उम्र बची है उस विच गुरु ग्रंथ साहब दे सरूप हत्थी तैयार करो। लगभग 11 साल भाई दीप सिंह होरां ने गुरु ग्रंथ साहब के स्वरूप लिखे अपनी हत्थी। रोज़ाना 14 घंटे लिखाई करते सन रोज़। सोचो कितनी रब्बी रूह होवेगी जिहड़ी रोज़ 14 घंटे गुरु ग्रंथ साहब की बाणी लिख रही है। 11 साल उन्होंने सेवा निभाई और 11 सालों में उन्होंने 4 स्वरूप हत्थी तैयार करके चारों तख्तां ते भेजे। जिहड़ा पहला स्वरूप तैयार होया अकाल तख्त ते भेजिया, उस स्वरूप की लिखाई लई जिहड़ी शाही बनी सी उस विच 2 सेर सोना पाया गया सी। वो स्वरूप तैयार करके भाई दीप सिंह होरां ने आप अकाल तख्त पहुँचाया। फिर बाकी 3 स्वरूप तैयार करके होर 3 तख्तां ते पहुँचाए। एक स्वरूप फारसी विच भी लिखिया भाई दीप सिंह होरां ने आप अपने हत्थी तैयार किए गुरु ग्रंथ साहब के स्वरूप। खैर समा गुजरिया 1753, इस तो पहला आइए 1705
ਜਦੋਂ ਸਰੂਪ ਤਿਆਰ ਕਰ ਰਹੇ ਸਨ 1708 ਗੁਰੂ ਗੋਬਿੰਦ ਸਿੰਘ ਸਾਹਿਬ ਚਲਾਣਾ ਕਰ ਗਏ। ਇਸ ਤੋਂ ਉਪਰੰਤ ਬੰਦਾ ਸਿੰਘ ਬਹਾਦਰ ਜਦੋਂ ਸਰਹੰਦ ਫਤਿਹ ਕਰਨ ਗਏ ਹਨ ਨਾ, ਤੇ ਭਾਈ ਦੀਪ ਸਿੰਘ ਹੋਰਾਂ ਨੂੰ ਪਤਾ ਚੱਲ ਗਿਆ ਤੇ ਅਰਦਾਸ ਕਰਕੇ ਦਮਦਮਾ ਸਾਹਿਬ ਤੋਂ ਨਿਕਲੇ, ਗੁਰਦੇਵ ਤੁਹਾਡੇ ਪਰਿਵਾਰ ਤੇ ਭੀੜ ਪਈ ਤੇ ਮੈਂ ਉਦੋਂ ਨਹੀਂ ਸੀ, ਇਹ ਸੇਵਾ ਮੇਰੇ ਜ਼ਿੰਮੇ ਲਾਇਓ ਜ਼ਰੂਰ ਕਿ ਬੰਦਾ ਸਿੰਘ ਹੋਰਾਂ ਦੀ ਕਮਾਨ ਹੇਠ ਮੈਂ ਵੀ ਯੁੱਧ ਲੜਨ ਜਾਵਾਂ। ਸਰਹੰਦ ਦਾ, ਸਡੌਰੇ ਦਾ ਔਰ ਚੱਪੜ ਚਿੜੀ ਦੇ ਇਹ ਤਿੰਨਾਂ ਯੁੱਧ ਵਿੱਚ ਬੰਦਾ ਸਿੰਘ ਬਹਾਦਰ ਨਾਲ ਭਾਈ ਦੀਪ ਸਿੰਘ ਸ਼ਾਮਿਲ ਸਨ। ਤਿੰਨੋਂ ਜਗ੍ਹਾਵਾਂ ਫਤਿਹ ਕਰਕੇ ਫਿਰ ਦਮਦਮਾ ਸਾਹਿਬ ਆਉਂਦੇ ਨੇ। ਸਮਾਂ ਗੁਜ਼ਰਦਾ 1753 1753 ਮੀਰ ਮੰਨੂ ਆ ਕੇ ਪੰਜਾਬ ਚੜ੍ਹਾਈ ਕਰ ਜਾਂਦਾ ਹੈ। ਮੀਰ ਮੰਨੂ ਨੇ ਉਹ ਤਸ਼ੱਦਦ ਕੀਤਾ ਸਿੱਖ ਧਰਮ ਦੇ, ਪਿੰਡਾਂ ਦੇ ਪਿੰਡ ਉਜਾੜ ਦਿੱਤੇ ਉਸਨੇ। ਐਸਾ ਤਸ਼ੱਦਦ ਕੀਤਾ ਕਿ ਸਿੱਖ ਦੇਖਣ ਨੂੰ ਨਹੀਂ ਸੀ ਮਿਲਦਾ। ਤੇ ਜਦੋਂ ਮੀਰ ਮੰਨੂ ਦਾ ਖਾਤਮਾ ਹੋਇਆ, ਮਰਿਆ ਕਿਵੇਂ? ਇਸ ਨੂੰ ਪਤਾ ਚੱਲਿਆ ਕਿ ਫਲਾਣੇ ਪਿੰਡ ਫਲਾਣੇ ਜੰਗਲ ਵਿੱਚ ਕੁਝ ਸਿੱਖ ਹਨ। ਆਪਣਾ ਘੋੜਾ ਲੈ ਕੇ ਫਟਾਫਟ ਸਿੱਖਾਂ ਦੀ ਤਰਫ ਦੌੜਿਆ। ਸਿੱਖਾਂ ਨੂੰ ਪਤਾ ਚੱਲਿਆ ਕੋਈ ਬਾਦਸ਼ਾਹ ਆ ਰਿਹਾ ਤੇ ਕਿਸੇ ਨੇ ਦੱਸਿਆ ਮੀਰ ਮੰਨੂ ਆ ਰਿਹਾ। ਮੀਰ ਮੰਨੂ ਦਾ ਉਹ ਕਹਿਰ ਪਿਆ ਸੀ ਸਿੱਖਾਂ ਉੱਪਰ ਕਿ ਮੈਂ ਫਿਰ ਕਵਾਂ, ਟਾਵੇਂ ਟਾਵੇਂ ਕੋਈ ਸਿੱਖ ਮਿਲਦਾ ਸੀ ਤੇ ਜੇ ਕਿਸੇ ਮੁਗਲ ਦੀ ਨਜ਼ਰ ਵਿੱਚ ਆ ਜਾਏ ਤੇ ਉੱਥੇ ਉਸ ਦਾ ਸਿਰ ਕਲਮ ਹੁੰਦਾ ਸੀ। ਪਤਾ ਚੱਲ ਗਿਆ ਮੀਰ ਮੰਨੂ ਆ ਰਿਹਾ ਹੈ। ਜਦੋਂ ਬਹੁਤ ਨੇੜੇ ਆ ਗਿਆ, ਸਿੱਖਾਂ ਨੂੰ ਸੰਭਲਣ ਦਾ ਮੌਕਾ ਵੀ ਨਾ ਮਿਲਿਆ ਤੇ ਉਹ ਬਸ ਇੱਕਦਮ ਖੜੇ ਹੋਏ ਤੇ ਬੜਾ ਜ਼ੋਰ ਦਾ ਜੈਕਾਰਾ ਗੁੰਜਾਇਆ ਤੇ ਕਿਆ ਬੋਲੇ ਸੋ ਨਿਹਾਲ। ਜੈਕਾਰਾ ਇਤਨਾ ਜ਼ੋਰ ਦਾ ਗੁੰਜਾਇਆ ਕਿ ਮੀਰ ਮੰਨੂ ਦਾ ਘੋੜਾ ਤਰਬਕ ਗਿਆ। ਉਹ ਇੰਨਾ ਤੇਜ਼ ਪਿੱਛੇ ਨੂੰ ਦੌੜਿਆ ਕਿ ਮੀਰ ਮੰਨੂ ਘੋੜੇ ਤੋਂ ਡਿੱਗ ਗਿਆ। ਰਕਾਬ ਵਿੱਚ ਪੈਰ ਫਸ ਗਿਆ ਉਸਦਾ। ਘੋੜੇ ਵਿੱਚ ਚੜ੍ਹਦੇ ਹੋਏ ਰਕਾਬ ਵਿੱਚ ਪੈਰ ਰੱਖਦੇ ਆ, ਉਸ ਵਿੱਚ ਉਸਦਾ ਪੈਰ ਫਸ ਗਿਆ। ਘੋੜਾ ਦੌੜੀ ਗਿਆ। ਇਸ ਦਾ ਸਿਰ ਕਦੀ ਕਿਸੇ ਪੱਥਰ ਨਾਲ ਕਦੀ ਕਿਸੇ ਪੱਥਰ ਨਾਲ ਵੱਜਦਾ ਗਿਆ। ਘਸੀਟਦਾ ਹੋਇਆ ਘੋੜਾ ਇਸ ਨੂੰ ਬੜੀ ਦੂਰ ਤੱਕ ਲੀਰੋ ਲੀਰ ਕਰ ਗਿਆ। ਮੀਰ ਮੰਨੂ ਇਸ ਤਰ੍ਹਾਂ ਮਰਿਆ। ਇਸ ਤੋਂ ਬਾਅਦ ਸਿੱਖਾਂ ਤੇ ਤਸ਼ੱਦਦ ਹੋਣੇ ਬੰਦ ਨਹੀਂ ਹੋਏ। ਅਹਿਮਦ ਸ਼ਾਹ ਅਬਦਾਲੀ ਆ ਗਿਆ। ਅਬਦਾਲੀਆਂ ਦੇ ਹਮਲੇ ਬੜੇ ਭਿਆਨਕ ਸਨ। ਉਸਨੇ 3 ਵਾਰ ਪੰਜਾਬ ਵਿੱਚ ਚੜ੍ਹਾਈ ਕੀਤੀ। ਤਿੰਨੋਂ ਵਾਰ ਜਦੋਂ ਸਾਰਾ ਸੋਨਾ ਹੀਰਾ ਮਾਲ ਅਸਬਾਬ ਸਾਰਾ ਲੁੱਟ ਕੇ ਹਿੰਦੁਸਤਾਨ ਦਾ ਜਦੋਂ ਪੰਜਾਬ ਤੋਂ ਅਫਗਾਨਿਸਤਾਨ ਵੱਲ ਜਾਣ ਲੱਗਦਾ, ਮੁੱਠੀ ਭਰ ਸਿੱਖ ਸਾਰਾ ਹੀ ਖਜ਼ਾਨਾ ਲੁੱਟ ਲੈਂਦੇ, ਸਾਰੀ ਧੀਆਂ ਭੈਣਾਂ ਨੂੰ ਛੁਡਾ ਲੈਂਦੇ। ਬੜਾ ਇਸ ਦਾ ਸਿਰ ਖਪ ਗਿਆ। ਲਾਹੌਰ ਦੇ ਆਪਣੇ ਪਠਾਨ ਨੂੰ ਬੁਲਾਉਂਦਾ ਹੈ ਤੇ ਲਾਹੌਰ ਦੇ ਸੈਨਾਪਤੀ ਨੂੰ ਕਹਿੰਦਾ ਕਿਸ ਹੱਡ ਚੰਮ ਦੇ ਬਣਨ ਹੈ ਕੌਣ ਇਹ ਲੋਕ? ਕਹਿੰਦਾ ਮਰੱਠਿਆਂ ਨੂੰ ਮੈਂ 1 ਵਾਰ ਮਾਰਿਆ, ਕਮਰ ਐਸੀ ਤੋੜੀ ਮੁੜ ਕੇ ਉੱਠੇ ਹੀ ਨਾ। ਸਾਰੇ ਭਾਰਤ ਵਿੱਚ ਮੈਂ ਦੱਸਾਂ, ਸਿੱਖਾਂ ਤੋਂ ਪਹਿਲੇ ਜਿਹੜੇ ਮਸ਼ਹੂਰ ਯੋਧੇ ਹੋਏ ਨੇ ਉਹਨਾਂ ਨੂੰ ਕਹਿੰਦੇ ਮਰਾਠਾਜ਼। ਅੱਜ ਵੀ ਤੁਸੀਂ ਬੰਬੇ ਚਲੇ ਜਾਓ, ਸ਼ਿਵਾਜੀ ਦੇ ਬੜੇ ਵੱਡੇ ਵੱਡੇ ਬੁੱਤ ਲੱਗੇ ਨੇ, ਸ਼ਿਵਾਜੀ ਮਰਾਠਾ। ਇਹ ਮੂਵੀਜ਼ ਵੀ ਬੜੀ ਸਾਰੀ ਬਣੀਆਂ ਉਸ ਉੱਪਰ। ਬੜਾ ਹੀ ਬਹਾਦਰ ਯੋਧਾ ਸੀ ਉਹ। ਉਹਨਾਂ ਦਾ ਨਾਮ ਮਰਾਠਾ ਪਤਾ ਕਿਵੇਂ ਪਿਆ? ਹੈਰਾਨ ਹੋ ਜਾਓਗੇ ਸੁਣ ਕੇ। ਉਹਨਾਂ ਨੂੰ ਕਹਿੰਦੇ ਸੀ ਇਹ ਉਦੋਂ ਤੱਕ ਜੰਗ ਵਿੱਚ ਲੜਦੇ ਰਹਿੰਦੇ ਨੇ ਜਦੋਂ ਤੱਕ ਮਰ ਨਾ ਜਾਣ, ਉਦੋਂ ਤੱਕ ਹਟਦੇ ਹੀ ਨਹੀਂ। ਨਾਮ ਪੈ ਗਿਆ ਮਰ ਹੱਟੇ, ਮਰ ਕੇ ਹੀ ਹਟਦੇ ਹਨ ਤੇ ਫਿਰ ਪੈ ਗਿਆ ਮਰਾਠੇ। ਇਹ ਮਰ ਹੱਟੇ ਹਨ, ਇਹ ਮਰਨਗੇ ਤਾਂ ਹੀ ਜੰਗ ਤੋਂ ਹਟਣਗੇ, ਨਹੀਂ ਤੇ ਬੜੇ ਮਹਾਬਲੀ ਯੋਧੇ ਨੇ, ਰਾਜਪੂਤ ਨੇ, ਇਹ ਨਹੀਂ ਹਟਣ ਲੱਗੇ। ਅਬਦਾਲੀ ਨੇ ਉਹਨਾਂ ਦੀ ਵੀ ਐਸੀ ਮਾਰ ਮਾਰੀ, ਐਸੀ ਕਮਰ ਤੋੜੀ, ਕੋਈ ਮਰਾਠਾ ਨਾ ਉੱਠ ਸਕਿਆ ਅਬਦਾਲੀ ਦੇ ਹਮਲੇ ਲਈ। ਹੁਣ ਦੁਬਾਰਾ ਮੁਕਾਬਲਾ ਕਰਨ ਲਈ ਕੋਈ ਨਾ ਉੱਠ ਸਕਿਆ। ਪਰ ਸਿੱਖ ਜਦੋਂ ਪੰਜਾਬ ਦੀ ਧਰਤੀ ਕ੍ਰਾਸ ਕਰਨ ਲੱਗੇ, ਅਫਗਾਨਿਸਤਾਨ ਦਾ ਰਸਤਾ ਇਹੀ ਸੀ, ਬਾਰਡਰ ਇਹੀ ਲੱਗਦਾ ਸੀ, ਫਿਰ ਸਿੱਖ ਸਾਰਾ ਮਾਲ ਸਬਾਬ ਲੁੱਟ ਲੈਣ। ਬੜਾ ਦੁਖੀ ਹੋਇਆ। ਲਾਹੌਰ ਦੇ ਸੈਨਾਪਤੀ ਨੂੰ, ਗਵਰਨਰ ਨੂੰ ਪੁੱਛਦਾ ਕੀ ਗੱਲ ਹੈ ਕੌਣ ਇਹ ਲੋਕ? ਉਹ ਕਹਿੰਦਾ ਇਹਨਾਂ ਨੂੰ ਸਿੱਖ ਕਹਿੰਦੇ ਹਨ, ਸਿੱਖ। ਕਹਿੰਦੇ ਇਹਨਾਂ ਨੂੰ ਅਸੀਂ ਮਾਰਦੇ ਹਾਂ, ਜਿਤਨਾ ਮਾਰਦੇ ਹਾਂ ਇਹ ਉਤਨੇ ਹੀ ਪੈਦਾ ਹੋ ਜਾਂਦੇ ਨੇ, ਪਤਾ ਨਹੀਂ ਕਿੱਥੋਂ ਪੈਦਾ ਹੁੰਦੇ ਨੇ। ਤੂੰ ਦੱਸ, ਤੂੰ ਲਾਹੌਰ ਵਿੱਚ ਰਿਹਾ, ਪੰਜਾਬ ਤੇਰੇ ਕੋਲ ਹੈ ਕੌਣ ਹੈ, ਪੈਦਾ ਕਿੱਥੋਂ ਹੋ ਰਹੇ ਨੇ? ਤੇ ਉਹ ਦੱਸਦਾ, ਕਹਿੰਦਾ ਇਹਨਾਂ ਕੋਲ ਇੱਕ ਜਾਦੂਗਰੀ ਸਮੁੰਦਰ ਹੈ। ਚੇਤੇ ਰੱਖਿਓ ਕਿਸੇ ਸਿੱਖ ਦੇ ਬੋਲ ਨਹੀਂ ਨੇ। ਪਠਾਨ ਕਹਿ ਰਿਹਾ ਇਹਨਾਂ ਕੋਲ ਇੱਕ ਜਾਦੂਗਰੀ ਸਮੁੰਦਰ ਹੈ ਅੰਮ੍ਰਿਤਸਰ ਵਿੱਚ, ਉਸਨੂੰ ਇਹ ਅੰਮ੍ਰਿਤਸਰ ਕਹਿੰਦੇ ਹਨ। ਅੱਧਾ ਪਿੱਲਾ, ਕੱਚਾ, ਟੁੱਟਾ, ਫਟਿਆ, ਜ਼ਖਮੀ ਸਿੱਖ ਵੀ ਜਦੋਂ ਇਹ ਸਮੁੰਦਰ ਵਿੱਚ ਪਾਉਂਦੇ ਨਰੋਇਆ ਹੋ ਕੇ ਬਾਹਰ ਨਿਕਲ ਆਉਂਦਾ। ਪਤਾ ਨਹੀਂ ਕੈਸਾ ਜਾਦੂਗਰੀ ਸਮੁੰਦਰ ਇਹਨਾਂ ਨੇ ਰੱਖਿਆ। ਇਹ ਉਹ ਸਰੋਵਰ ਜਾਦੂਗਰੀ ਹੈ ਜਿਸ ਬਾਰੇ ਗੁਰਬਾਣੀ ਵੀ ਲਿਖਦੀ ਹੈ, ਅੰਮ੍ਰਿਤਸਰ ਸਤਗੁਰ ਸਤਵਾਦੀ ਜਿਤ ਨਹਾਤੈ ਕਊਆ ਹੰਸ ਹੋਵੇ। ਅਬਦਾਲੀ ਨੂੰ ਸਮਝ ਆ ਗਈ ਇਹਨਾਂ ਨੂੰ ਇੱਥੋਂ ਤਾਕਤ ਮਿਲਦੀ ਹੈ। ਲਾਹੌਰ ਦਾ ਇੱਕਦਮ ਗਵਰਨਰ ਆਪਣਾ ਬਦਲਵਾ ਦਿੰਦਾ ਹੈ।
ਆਪਣੇ ਲੜਕੇ ਨੂੰ ਗਵਰਨਰ, ਤੈਮੂਰ ਖਾਨ ਇਸ ਦਾ ਲੜਕਾ ਹੈ, ਉਸ ਨੂੰ ਗਵਰਨਰ ਥਾਪਦਾ ਹੈ। ਪੰਜਾਬ ਦਾ ਗਵਰਨਰ ਵੀ ਇੱਕਦਮ ਬਦਲ ਕੇ ਤੇ ਜਹਾਨ ਖਾਨ ਨੂੰ ਗਵਰਨਰ ਬਣਾਉਂਦਾ ਹੈ। ਕਹਿੰਦਾ ਸਿੱਖਾਂ ਦਾ ਖੁਰਾ ਖੋਜ ਮਿਟਾਓ, ਕਿਸੇ ਤਰ੍ਹਾਂ ਮਿਟਾਓ, ਤੇ ਸਭ ਤੋਂ ਪਹਿਲੇ ਉਸ ਸਰੋਵਰ ਦਾ ਜਾ ਕੇ ਕੁਝ ਕਰੋ ਜਿੱਧਰੋਂ ਇਹਨਾਂ ਨੂੰ ਤਾਕਤ ਮਿਲਦੀ ਹੈ। ਤੇ ਲਾਹੌਰ ਦਾ ਜਿਹੜਾ ਪੁਰਾਣਾ ਗਵਰਨਰ ਹੁੰਦਾ ਕਹਿੰਦਾ ਅਬਦਾਲੀ, ਤੈਨੂੰ ਮੈਂ ਦੱਸ ਚੁੱਕਿਆ, ਜਿੰਨੇ ਮਾਰੇਗਾ ਇਹ ਮੁੜ ਉਨੇ ਹੀ ਪੈਦਾ ਹੋ ਜਾਣਗੇ, ਤੂੰ ਨਹੀਂ ਖਤਮ ਕਰ ਸਕਦਾ। ਕਹਿੰਦਾ 200 ਸਾਲ ਇਸ ਧਰਮ ਨੂੰ ਹੋ ਗਏ ਨੇ, ਤਕਰੀਬਨ 250 ਸਾਲ ਮਾਰਦੇ ਮਾਰਦੇ ਅਸੀਂ ਥੱਕ ਗਏ। ਉਹ ਗੁਲਾਮਾਂ ਦਾ ਖੁਰਾ ਖੋਜ, ਉਹ ਮੁਗਲਾਂ, ਵਾਹਿਗੁਰੂ ਕਿਰਪਾ ਕਰਨ, ਮੁਗਲਾਂ ਦਾ ਖੁਰਾ ਖੋਜ ਤੇ ਨਹੀਂ ਰਿਹਾ ਜਿਹੜੇ ਮਾਰਦੇ ਰਹੇ, ਇਹ ਅੱਜ ਵੀ ਕਾਇਮ ਨੇ ਤੇ ਕੱਲ ਵੀ ਕਾਇਮ ਰਹਿਣਗੇ। ਤੂੰ ਕਰ ਲੈ ਜੋ ਮਰਜ਼ੀ ਕਰ ਸਕਦਾ ਹੈ। ਫਿਰ ਮੈਂ ਕਹਾਂ ਸਿੱਖ ਦੇ ਬੋਲ ਨਹੀਂ ਨੇ। ਉਹ ਕਹਿੰਦਾ ਅਬਦਾਲੀ ਨੂੰ, ਕਹਿੰਦਾ ਹੈ ਕਿ ਰਕਤ ਬੀਜ ਨਾਮ ਦਾ ਇੱਕ ਅਸੁਰ ਹੋਇਆ ਹੈ, ਬੜੀ ਭਗਤੀ ਉਸਨੇ ਕੀਤੀ ਤੇ ਸ਼ਿਵ ਜੀ ਤੋਂ ਵਰਦਾਨ ਕੀ ਲਿਆ ਕਿ ਜਿੱਥੇ ਮੇਰੇ ਖੂਨ ਦੀ ਇੱਕ ਬੂੰਦ ਡੁੱਲੇ 100 ਮੇਰੇ ਵਰਗੇ ਹੋਰ ਪੈਦਾ ਹੋ ਜਾਣ। ਹੁਣ ਭਗਤੀ ਕੀਤੀ ਸੀ ਤੇ ਵਰਦਾਨ ਦੇਣਾ ਪਿਆ। ਜਿਵੇਂ ਅਸੀਂ ਦੇਖਿਆ ਭਸਮਾਸੁਰ ਵੀ ਇੱਕ ਹੋਇਆ ਅਸੁਰ, ਉਸਨੇ ਬੜੀ ਭਗਤੀ ਕੀਤੀ ਤੇ ਵਰਦਾਨ ਕੀ ਲਿਆ, ਜਿਸ ਦੇ ਸਿਰ ਤੇ ਹੱਥ ਰੱਖਾਂ ਤੇ ਉਹ ਭਸਮ ਹੋ ਜਾਏ। ਸ਼ਿਵ ਜੀ ਨੇ ਵਰਦਾਨ ਤੇ ਦੇ ਦਿੱਤਾ, ਮੁੜ ਉਹ ਸ਼ਿਵ ਪਿੱਛੇ ਹੀ ਦੌੜ ਪਿਆ, ਤੇਰੇ ਸਿਰ ਤੇ ਹੀ ਹੱਥ ਰੱਖਾਂਗਾ, ਤੈਨੂੰ ਹੀ ਭਸਮ ਕਰਾਂਗਾ। ਇਸ ਤਰ੍ਹਾਂ ਦੇ ਸੁਰ ਵੀ ਹੋਏ ਨੇ। ਰਕਤ ਬੀਜ ਨਾਮ ਦਾ ਇਹ ਸੁਰ ਹੋਇਆ ਜਿਸ ਦਾ ਖੂਨ ਦੀ ਇੱਕ ਬੂੰਦ ਡੁੱਲੇ ਤੇ 100 ਪੈਦਾ ਹੋ ਜਾਂਦੇ ਸਨ। ਉਹ ਪਠਾਨ ਕਹਿੰਦਾ ਹੈ, ਕਿਸ ਨੂੰ ਕਹਿ ਰਿਹਾ ਹੈ? ਅਹਿਮਦ ਸ਼ਾਹ ਅਬਦਾਲੀ ਨੂੰ। ਅਬਦਾਲੀ ਜਦੋਂ ਉਹ ਅਸੁਰ ਪੈਦਾ ਹੋਇਆ ਨਾ ਰਕਤ ਬੀਜ, ਤੇ ਜਦੋਂ ਉਸਨੂੰ ਇਹ ਵਰਦਾਨ ਮਿਲਿਆ, ਕਹਿੰਦਾ ਦੇਵਤਿਆਂ ਨੇ ਵਿਸ਼ਨੂੰ ਦੇ ਅੱਗੇ ਅਰਦਾਸ ਕੀਤੀ ਕਿ ਇੱਕ ਐਸਾ ਅਸੁਰ ਤੇ ਤੁਸੀਂ ਪੈਦਾ ਕਰ ਦਿੱਤਾ ਹੈ ਜਿਸ ਦੀ ਇੱਕ ਬੂੰਦ ਡੁੱਲੇ ਤੇ 100 ਸਵਰਗੇ ਪੈਦਾ ਹੋ ਜਾਣ, ਨਹੀਂ ਮਰ ਸਕਦਾ ਹੈ ਸਾਡੇ ਤੋਂ। ਹੁਣ ਇੱਕ ਐਸਾ ਦੇਵਤਾ ਵੀ ਪੈਦਾ ਕਰੋ ਜਿਸ ਦਾ ਜਿੱਥੇ ਜਿੱਥੇ ਖੂਨ ਡੁੱਲੇ ਵੈਸੇ 100 ਦੇਵਤਾ ਪੈਦਾ ਹੋ ਜਾਣ। ਮੈਂ ਸੋਚਦਾ ਦੇਵਤਿਆਂ ਦੀ ਵਿਸ਼ਨੂੰ ਅੱਗੇ ਉਹ ਅਰਦਾਸ ਆ ਕੇ ਕਲਯੁਗ ਵਿੱਚ ਗੁਰੂ ਨਾਨਕ ਦੇ ਘਰ ਵਿੱਚ ਪੂਰੀ ਹੋਈ ਹੈ। ਜਦ ਖੂਨ ਡੁੱਲਦਾ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ। ਸ਼ਹੀਦ ਕੀ ਜੋ ਮੌਤ ਹੈ वो ਕੌਮ ਕੀ ਹਯਾਤ ਹੈ। ਹਯਾਤ ਕਹਿੰਦੇ ਨੇ ਜੀਵਨ ਨੂੰ। ਜਿੱਥੇ ਸ਼ਹੀਦ ਮਰਦਾ ਹੈ ਉੱਥੇ ਕੌਮ ਜੀ ਪੈਂਦੀ ਹੈ। शहीद की जो मौत है वो कौम की हयात है। हयात तो हयात है, वो मौत भी हयात है। ਉਹ ਦੇਵਤਿਆਂ ਦੀ ਅਰਦਾਸ ਕੀ ਐਸੇ ਦੇਵ ਵੀ ਪੈਦਾ ਕਰਦੇ ਵਿਸ਼ਨੂੰ ਕਿ ਜਿੱਥੇ ਖੂਨ ਡੁੱਲੇ ਉਸ ਦੇਵਤੇ ਦਾ ਤੇ 100 ਉਸੇ ਵਰਗੇ ਪੈਦਾ ਹੋ ਜਾਣ। ਮੈਂ ਦੇਖਿਆ ਸਿੱਖਾਂ ਨੂੰ ਮਾਰਨ ਦੀ ਬੜੀ ਕੋਸ਼ਿਸ਼ਾਂ ਕੀਤੀਆਂ, ਕਦੀ ਪਠਾਣਾ ਨੇ, ਮੁਗਲਾਂ ਨੇ ਤੇ ਕਦੀ ਭਾਰਤੀ ਸਰਕਾਰ ਨੇ। ਕੀ ਸਿੱਖ ਮੁੱਕ ਗਏ ਸਨ? ਕੀ ਮੁੱਕ ਗਏ ਹਨ? ਕਿ ਮੁੱਕ ਜਾਣਗੇ? ਕਦੀ ਵੀ ਨਹੀਂ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ, ਦਇਆ ਸਿੰਘ, ਅਜੀਤ ਸਿੰਘ, ਜੁਝਾਰ ਸਿੰਘ ਦੀ ਲਾਸ਼ ਉੱਪਰ ਕਫਨ ਨਾ ਪਾਈ। ਇੱਕ ਤੇ ਅਸੀਂ ਰੀਜ਼ਨ ਇਸ ਦਾ ਸੁਣਿਆ ਕਿ ਜੇ ਇੰਨਾ ਕੱਪੜਾ ਹੈ ਕਿ ਸਾਰਿਆਂ ਨੂੰ ਢੱਕ ਸਕਣ ਤੇ ਢੱਕਦੇ। ਦੂਸਰਾ, ਜਦੋਂ ਅਜੀਤ ਸਿੰਘ ਕਹਿੰਦੇ ਨੇ ਗੁਰਦੇਵ ਮੈਨੂੰ ਕਫਨ ਪਾ ਲੈਣ ਦਿਓ। ਇਤਨਾ ਗਰੀਬ ਤੇ ਕੋਈ ਬਾਪ ਨਹੀਂ ਹੋਇਆ ਜਿਸ ਦੇ ਪੁੱਤਾਂ ਦੀ ਲਾਸ਼ ਵੀ ਨੰਗੀ ਚਲੀ ਜਾਵੇ। ਕਫਨ ਪਾ ਲੈਣ ਦਿਓ ਗੁਰਦੇਵ। ਇੱਲਾਂ ਘੁੰਮ ਰਹੀਆਂ, ਅਜੀਤ ਸਿੰਘ ਦਾ ਮਾਂਸ ਚੂੰਡ ਚੂੰਡ ਕੇ ਲੈ ਜਾਣਗੀਆਂ। ਗੁਰਦੇਵ ਮੈਨੂੰ ਕੀੜੀਆਂ ਆਂਦੀਆਂ ਦਿਖ ਗਈਆਂ, ਇਹਨਾਂ ਦਾ ਮਾਂਸ ਚੂੰਡ ਚੂੰਡ ਕੇ ਖੁੱਡਾਂ ਵਿੱਚ ਲੈ ਜਾਣਗੀਆਂ। ਕਲਗੀਧਰ ਖਿੜਖਿੜਾ ਕੇ ਹੱਸ ਪਏ, ਦਇਆ ਸਿੰਘ ਫਿਰ ਤੇ ਕਮਾਲ ਹੋ ਜਾਏਗੀ। ਗੁਰਦੇਵ ਕੀ ਕਮਾਲ ਹੋਏਗੀ? ਦਇਆ ਸਿੰਘ ਜਦੋਂ ਇੱਲਾਂ ਸਾਹਿਬਜ਼ਾਦਿਆਂ ਦਾ ਮਾਂਸ ਚੂੰਡ ਚੂੰਡ ਕੇ ਆਕਾਸ਼ ਵਿੱਚ ਲੈ ਜਾਣਗੀਆਂ ਤੇ ਸਿੱਖ ਧਰਮ ਦੇ ਝੰਡੇ ਆਕਾਸ਼ ਤੱਕ ਝੁੱਲਣਗੇ। ਜਦੋਂ ਕੀੜੀਆਂ ਇਹਨਾਂ ਦਾ ਮਾਂਸ ਚੁੰਡ ਚੁੰਡ ਕੇ ਖੁੱਡ ਵਿੱਚ ਲੈ ਜਾਣਗੀਆਂ ਤੇ ਸਿੱਖ ਧਰਮ ਦੀਆਂ ਜੜ੍ਹਾਂ ਪਤਾਲ ਵਿੱਚ ਲੱਗ ਜਾਣਗੀਆਂ। ਇਹ ਸਿੱਖ ਧਰਮ ਕਿਸੇ ਬੰਦੇ ਦਾ ਬਣਾਇਆ ਧਰਮ ਨਹੀਂ। ਖਾਲਸਾ ਅਕਾਲ ਪੁਰਖ ਕੀ ਫੌਜ ਕਿਸ ਦਾ ਬਣਾਇਆ ਧਰਮ ਹੈ? ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਦਇਆ ਸਿੰਘ ਇਸ ਨੂੰ ਮਾਰਨ ਵਾਲੇ ਤੇ ਮਰ ਜਾਣਗੇ। ਨਾ ਸਿੱਖ ਧਰਮ ਅੱਜ ਖਤਮ ਹੋਇਆ, ਨਾ ਕੱਲ ਖਤਮ ਹੋਇਆ, ਨਾ ਕਦੀ ਖਤਮ ਹੋਵੇਗਾ। ਪਰ ਸ਼ਰਤ ਇਹ ਹੈ ਵੈਸਾ ਸਿੱਖ ਵੀ ਬਣਨ ਦੀ। ਕੈਸਾ? 1.25 लाख से एक लड़ाऊं तबै गोबिंद सिंह।
खैर जहान खान तैमूर खान ने हरमंदर साहब ਨੂੰ ਢਹਿ ਢੇਰੀ ਕਰ ਦਿੱਤਾ, ਬੜੀ ਤਬਾਹੀ ਮਚਾਈ, ਸਿੱਖਾਂ ਦਾ ਖੁਰਾ ਖੋਜ ਮਿਟਾਉਣ ਦੀ ਕੋਸ਼ਿਸ਼ ਕੀਤੀ, ਸਰੋਵਰ ਨੂੰ ਗੰਦਗੀ ਨਾਲ ਕਿਚੜ ਗਾਰੇ ਨਾਲ ਪੂਰ ਦਿੱਤਾ ਗਿਆ। ਹੁਣ ਕਿਧਰੋਂ ਲੈਣਗੇ ਸ਼ਕਤੀ? ਭਾਈ ਦੀਪ ਸਿੰਘ ਹੋਰਾਂ ਤੱਕ ਗੱਲ ਪਹੁੰਚੀ, ਕੇਵਲ 8 ਸਿੰਘਾਂ ਦਾ ਜੱਥਾ ਲੈ ਕੇ, ਕੇਵਲ 8 ਸਿੰਘਾਂ ਦਾ ਜੱਥਾ ਲੈ ਕੇ ਤਰਨ ਤਾਰਨ ਤੋਂ ਨਿਕਲੇ ਹਨ। ਭਾਈ ਵਾਹਿਗੁਰੂ ਕਿਰਪਾ ਕਰਨ ਦਮਦਮਾ ਸਾਹਿਬ ਤੋਂ ਭਾਈ ਦੀਪ ਸਿੰਘ ਨਿਕਲੇ ਹਨ ਕਿ ਹੁਣ ਇਹਨਾਂ ਨੂੰ ਨਹੀਂ ਛੱਡਣਾ ਜਿਨ੍ਹਾਂ ਨੇ ਹਰਮੰਦਰ ਸਾਹਿਬ ਤੇ ਅੱਖ ਚੁੱਕੀ। ਕੇਵਲ 8 ਸਿੰਘਾਂ ਦਾ ਜੱਥਾ ਲੈ ਕੇ ਤੁਰੇ ਹਨ। ਫਿਰ ਮੈਂ ਕਹਾਂ ਗ੍ਰੰਥੀ ਕੈਸਾ ਹੋਵੇ, ਜਿਹੜੇ ਗਲੀ ਕੂਚੇ ਚੋਂ ਗੁਜ਼ਰ ਰਹੇ ਹਨ, ਇੰਨਾ ਕਹਿੰਦੇ ਜਾ ਰਹੇ ਨੇ ਹਰਮੰਦਰ ਸਾਹਿਬ ਲਈ ਸ਼ਹੀਦ ਹੋਣਾ ਤੇ ਮੇਰੇ ਨਾਲ ਚੱਲ ਪਾਓ। ਕੁਝ ਘੰਟਿਆਂ ਦਾ ਪੜਾਅ ਸੀ ਤਰਨ ਤਾਰਨ ਸਾਹਿਬ। ਜਦੋਂ ਤਰਨ ਤਾਰਨ ਤੋਂ ਨਿਕਲੇ ਹਨ ਤੇ 4000 ਸਿੱਖ ਨੇ ਬਾਬਾ ਦੀਪ ਸਿੰਘ ਹੋਰਾਂ ਕੋਲ। ਕੇਵਲ 8 ਸਿੰਘਾਂ ਦਾ ਜੱਥਾ, ਗ੍ਰੰਥੀ ਕੈਸਾ ਹੋਵੇ। ਸਵੇਰੇ ਨਿਕਲਣ ਲੱਗੇ ਹਨ, ਖੰਡੇ ਨਾਲ ਲਕੀਰ ਖਿੱਚ ਦਿੰਦੇ ਹਨ। ਇਹ ਲਕੀਰ ਹੁਣ ਉਹੀ ਪਾਰ ਕਰੇ ਜਿਸ ਨੂੰ ਆਪਣਾ ਜੀਵਨ ਪਿਆਰਾ ਨਹੀਂ। ਲਕੀਰ ਪਾਰ ਕਰਕੇ ਉਹ ਆਵੇਗਾ ਜਿਹੜਾ ਲਕੀਰ ਤੋਂ ਇਸ ਪਾਸੇ ਕਦੀ ਨਹੀਂ ਮੁੜ ਸਕੇਗਾ। ਭਾਵ ਜਿਹੜਾ ਸ਼ਹੀਦ ਹੀ ਹੋ ਕੇ ਹੁਣ ਆਵੇਗਾ, ਹੁਣ ਉਹ ਜਿੰਦਾ ਨਹੀਂ ਬਚੇਗਾ। 4000 ਵਿੱਚੋਂ ਪਤਾ ਕਿੰਨਿਆਂ ਨੇ ਲਕੀਰ ਪਾਰ ਕੀਤੀ? 4000 ਵਿੱਚੋਂ 4000 ਨੇ ਲਕੀਰ ਪਾਰ ਕੀਤੀ, ਇੱਕ ਵੀ ਪਿੱਛੇ ਨਾ ਰਿਹਾ। ਕੈਸਾ ਜਜ਼ਬਾ ਸੀ ਉਹਨਾਂ ਦੇ ਕਥਾ ਵਿੱਚ, ਪ੍ਰਭਾਵ ਕੈਸਾ ਹੋਵੇਗਾ, ਉਹਨਾਂ ਦੀ ਆਭਾ ਕਿਤਨੀ ਪ੍ਰਫੁੱਲਤ ਕਰਨ ਵਾਲੀ ਹੋਵੇਗੀ। ਇੱਕ ਵਾਕ ਤੇ 4000 ਬੰਦਾ ਜਾਣ ਦੇਣ ਨੂੰ ਤਿਆਰ ਹੈ। ਇਹ ਉਹੀ ਬਾਬਾ ਦੀਪ ਸਿੰਘ ਨੇ ਜਿਹੜੇ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ ਪਹਿਲੇ ਮੁਖੀ ਨਵਾਬ ਕਪੂਰ ਸਿੰਘ ਨੇ ਥਾਪੇ। ਇਹ ਉਹੀ ਬਾਬਾ ਦੀਪ ਸਿੰਘ ਨੇ ਜਿਹੜੇ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਹੋਵੇ। ਮੈਂ ਹੈਰਾਨ ਹੁੰਦਾ, ਇਹ ਉਹੀ ਬਾਬਾ ਦੀਪ ਸਿੰਘ ਦੀ ਗੱਦੀ ਹੈ ਜਿਸ ਦੇ 14ਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਹੋਏ। ਉਹਨਾਂ ਦੇ ਇੱਕ ਵਾਕ ਤੇ ਹੈਰਾਨ ਹੋ ਜਾਓਗੇ ਸੁਣ ਕੇ। ਮੰਜੀ ਸਾਹਿਬ ਵਿੱਚ ਇੱਕ ਦਿਨ ਸੰਤ ਜਰਨੈਲ ਸਿੰਘ ਹੋਰਾਂ ਨੇ ਖੜੇ ਹੋ ਕੇ ਐਲਾਨ ਕੀਤਾ, ਅੱਜ ਮੰਜੀ ਸਾਹਿਬ ਦੇ ਅੰਦਰ ਕੇਵਲ ਉਹੀ ਵਿਅਕਤੀ ਬੈਠਾ ਰਵੇ ਜਿਹੜਾ ਮਰਜੀਵੜਾ ਹੋਵੇਗਾ, ਜਿਹੜਾ ਆਪਣੀ ਜਾਨ ਵਾਰਨ ਨੂੰ ਤਿਆਰ ਹੋਵੇਗਾ। 1 ਲੱਖ ਬੰਦਾ ਬੈਠਿਆ ਸੀ ਮੰਜੀ ਸਾਹਿਬ ਉਦੋਂ, 1 ਲੱਖ ਬੰਦਾ, ਤੇ ਮਰਜੀਵੜਿਆਂ ਦਾ ਫਾਰਮ ਸਾਈਨ ਹੋ ਰਿਹਾ ਸੀ। ਸਾਈਨ ਕਰਕੇ ਦੇ ਜਾਓ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕਿਹਾ ਸੀ, ਐਵੇਂ ਗੱਲ ਨਹੀਂ ਬਣੇਗੀ, ਲਿਖ ਕੇ ਦੇ ਜਾਓ ਕਿ ਅਸੀਂ ਤੁਹਾਡੇ ਸਿੱਖ ਨੇ ਤੇ ਤੁਸੀਂ ਸਾਡੇ ਗੁਰੂ ਨਹੀਂ। ਇਸ ਤਰ੍ਹਾਂ ਸੰਤ ਜਰਨੈਲ ਸਿੰਘ ਹੋਰਾਂ ਨੇ ਵੀ ਸਾਈਨ ਕਰਾਏ। ਸਾਈਨ ਕਰਕੇ ਦੇ ਜਾਓ ਕਿ ਮਰਜੀਵੜੇ ਹੋ ਤੁਸੀਂ, ਤੇ ਜਦੋਂ ਆਵਾਜ਼ ਲਗਾਏਗਾ ਗੁਰੂ ਤੇ ਉਦੋਂ ਮਰਨ ਨੂੰ ਤਿਆਰ ਹੋਵੋਗੇ। 1 ਲੱਖ ਬੰਦੇ ਨੇ ਇੱਕ ਦਿਨ ਵਿੱਚ ਫਾਰਮ ਸਾਈਨ ਕੀਤਾ ਸੀ। ਮੈਂ ਦੇਖਦਾ ਕੈਸੀ ਆਭਾ ਹੋਵੇਗੀ ਬਾਬਾ ਦੀਪ ਸਿੰਘ ਹੋਰਾਂ ਦੇ ਵਿੱਚ, ਕਿਤਨੇ ਬਾਣੀ ਦੇ ਰਸੀਆਂ ਹੋਣਗੇ ਕਿ ਉਹਨਾਂ ਦੇ ਇੱਕ ਇਸ਼ਾਰੇ 4000 ਬੰਦਾ ਤਿਆਰ ਹੋ ਗਿਆ। ਜਿੱਥੇ ਸਿੱਖ ਵੇਖਣ ਨੂੰ ਨਹੀਂ ਸਨ ਮਿਲਦੇ, 4000 ਬੰਦਾ ਇਕੱਠਾ ਕਰਨਾ। ਸਾਰਾ ਜੱਥਾ ਲੈ ਕੇ ਬਾਬਾ ਦੀਪ ਸਿੰਘ ਹੋਰੀ ਨਿਕਲਦੇ ਹਨ। ਹਰਮੰਦਰ ਸਾਹਿਬ ਜਾ ਕੇ ਅਰਦਾਸ ਕਰਦੇ ਹਨ, ਗੁਰਦੇਵ ਇੱਧਰੋਂ ਮੈਂ ਜਿੰਦਾ ਵਾਪਸ ਨਾ ਮੁੜਾਂ, ਤੇ ਅਰਦਾਸ ਮੇਰੀ ਇਹ ਹੈ, ਸਵਾਸ ਨਿਕਲਣ ਤੇ ਤੇਰੇ ਦਰ ਤੇ ਹੀ ਨਿਕਲਣ। ਜਦੋਂ 4000 ਸਿੰਘਾਂ ਦਾ ਜੱਥਾ ਗਿਆ, ਜਹਾਨ ਖਾਨ ਨੂੰ ਪਤਾ ਚੱਲ ਗਿਆ ਕਿ ਉਹ ਸਿੰਘ ਚੜ੍ਹਾਈ ਕਰਕੇ ਆ ਰਹੇ ਨੇ। ਇਸਨੇ 20000 ਦੀ ਫੌਜ ਸੀ ਇਸ ਕੋਲ, 4000 ਅਗੇ 20000 ਖੜਾ ਕਰ ਦਿੱਤਾ ਜਹਾਨ ਖਾਨ ਨੇ। जंग छिड़ गया। तैमूर खान तक मैसेज तो पहुँच गया लाहौर तक कि सिख चढ़ाई कर आए, पर वो अपनी फौज लैके इन्नी जल्दी आ ना सकिया। जंग छिड़ गया 20,000 4,000 विच। कमसान का जंग होया। बाबा दीप सिंह होरां दे दोनों हथ भरे हैं। एक हाथ विच 18 शेर का खंडा 1957 1957 की गल, 17 वाहिगुरू कृपा करन 1757 की गल है, 1757 की गल। 75 साल उम्र 75 साल की उम्र विच 18 शेर का खंडा एक हाथ विच, लगभग इन्ना ही भारी गुरज दूसरे हाथ विच पकड़ के ए बाबा दीप सिंह जंग के मैदान विच उतरे हैं। उस गुरज नाल मुहम्मद करीम बख्श नाम के पठान का सिर तोड़िया, उत्थे ही मार दिता। बड़ी मार काट कर रहे हैं। एक भाई लक्ष्मण सिंह होए हैं, इन्हां दे जथे दे जथेदार सन। वो एक टिब्बे उपर 1.5 घंटे तो इंतजार कर रहे सी कि जहान खान जिहड़ा हाथी उपर चढ़ के आ रहा सी, वो कदों मेरे एरिया दे विच आए तो मैं छाल मार के उसनूं मार सकां। 1.5 घंटा जो इंतजार किया तो जहान खान का हाथी आया। इन्होंने अपने घोड़े समेत छाल मार के जहान खान का सिर ला दिता भाई लक्ष्मण सिंह ने।
ਜਦੋਂ ਰਾਜਾ ਮਰ ਜਾਂਦਾ ਹੈ ਤੇ ਪ੍ਰਜਾ ਵਿੱਚ ਫੌਜ ਵਿੱਚ ਭਗਦੜ ਮਚ ਜਾਂਦੀ ਹੈ ਕਿ ਰਾਜਾ ਹੀ ਚਲਾ ਗਿਆ, ਹੁਣ ਕੀ ਲੜਾਂਗੇ। ਸਾਰਿਆਂ ਵਿੱਚ ਭਗਦੜ ਮਚ ਗਈ, ਦੌੜੋ ਜਾਨ ਬਚਾਓ, ਜਹਾਨ ਖਾਨ ਮਾਰਿਆ ਗਿਆ। ਸਾਰੇ ਦੌੜਨ ਲੱਗੇ, ਪਰ ਦੌੜਦੇ ਅੱਗੇ ਹੀ ਤੈਮੂਰ ਖਾਨ ਮਿਲ ਗਿਆ। ਲਾਹੌਰ ਤੋਂ ਫੌਜ ਲੈ ਕੇ ਆਇਆ ਸੀ, ਇਸ ਦੀ ਦੁੱਗਣੀ ਫੌਜ ਸੀ। ਤੇ ਸਾਰੇ ਸਿਪਾਹੀਆਂ ਨੂੰ ਦੁਬਾਰਾ ਵੰਗਾਰ ਕੇ ਦੁਬਾਰਾ ਜੰਗ ਛਿੜ ਜਾਂਦਾ ਹੈ, ਦੁਬਾਰਾ ਜੰਗੇ ਮੈਦਾਨ ਤੱਤਾ ਹੋ ਜਾਂਦਾ ਹੈ। ਇਸ ਰਣ ਤੱਤੇ ਵਿੱਚ ਜਿੱਧਰ ਸਾਰੇ ਸਿੰਘ ਲੜ ਰਹੇ ਹਨ, ਉਧਰ ਬਾਬਾ ਦੀਪ ਸਿੰਘ ਇਸ ਤਰ੍ਹਾਂ ਮੁਗਲਾਂ ਨੂੰ ਕੱਟ ਰਹੇ ਹਨ, ਪਠਾਣਾਂ ਨੂੰ, ਜਿਵੇਂ ਗਾਜਰ ਮੂਲੀ ਕੱਟੀ ਦਾ ਹੁੰਦਾ ਹੈ। ਤੇ ਉਮਰ ਕੀ ਹੈ? 75 ਸਾਲ। ਅਯਾਨ ਖਾਨ ਦਾ ਨਾਮ ਦਾ ਇੱਕ ਪਠਾਨ ਜਿਹੜਾ ਹੈ, ਉਹ ਦੇਖ ਲੈਂਦਾ, ਕਹਿੰਦਾ ਜੇ ਇਸ ਨੂੰ ਨਾ ਮਾਰਿਆ ਇਹ ਤਾਂ ਸਾਨੂੰ ਇਸ ਤਰ੍ਹਾਂ ਹੀ ਕੱਟਦਾ ਜਾਵੇਗਾ। ਤੇ ਅਯਾਨ ਖਾਨ ਜਿਹੜਾ ਕੇਵਲ 35 ਸਾਲ ਦਾ ਹੈ, 40 ਸਾਲ ਛੋਟਾ ਬਾਬਾ ਜੀ ਤੋਂ, ਉਹ ਬਾਬਾ ਜੀ ਦੇ ਸਾਹਮਣੇ ਆ ਕੇ ਬੜਾ ਕਮਸਾਨ ਦਾ ਦੋਨਾਂ ਵਿੱਚ ਵੰਗਾਰਦਾ, ਜੇ ਯੁੱਧ ਕਰ ਸਕਦੇ ਹੋ ਮੇਰੇ ਨਾਲ ਇਕੱਲੇ ਨੂੰ ਲੜੋ। ਕਹਿੰਦਾ ਬੁੱਢਾ ਕਿੰਨੀ ਕੁ ਦੇਰ ਲੜ ਲੇਗਾ ਮੇਰੇ ਨਾਲ। ਉਸਨੂੰ ਨਹੀਂ ਪਤਾ ਸੀ ਮਿਸ਼ਲ ਸ਼ਹੀਦਾਂ ਤਰਨਾ ਦਲ ਦੇ ਮੁਖੀ ਨੇ, ਦਮਦਮੀ ਟਕਸਾਲ ਦੇ ਮੁਖੀ ਨੇ। ਇਹ ਉਹ ਨੇ ਜਿਨ੍ਹਾਂ ਨੇ 11 ਸਾਲ ਆਪ ਕਲਮ ਪਕੜ ਕੇ 14 ਘੰਟੇ ਰੋਜ਼ ਦੇ ਸਰੂਪ ਲਿਖੇ ਹਨ। ਇਹ ਉਹ ਬਾਬੇ ਨੇ ਜਿਨ੍ਹਾਂ ਦੇ ਅੰਦਰ ਐਸਾ ਨਾਮ ਵਸ ਚੁੱਕਿਆ ਹੈ ਕਿ ਡਰ ਭੈ ਸਾਰੇ ਮੁੱਕ ਚੁੱਕੇ ਹਨ। ਨਿਰਭਉ ਜਪੈ ਸਗਲ ਭਉ ਮਿਟੈ। ਇਹ ਉਹ ਨਿਡਰ ਯੋਧੇ ਨੇ ਜਿਨ ਨਿਰਭਉ, ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਉਸਨੂੰ ਨਹੀਂ ਸੀ ਪਤਾ ਕਿ ਸਿੱਖਾਂ ਵਿੱਚ ਮਿਸਾਲ ਦੇਣੀ ਬੜੀ ਵੱਡੀ ਗੱਲ ਸਮਝੀ ਜਾਂਦੀ ਹੈ। ਕਦੀ ਸਾਈਂ ਮੀਆਂ ਮੀਰ ਨੇ ਪੁੱਛ ਲਿਆ, ਗੁਰੂ ਅਰਜਨ ਦੇਵ ਜੀ ਸ਼ਬਦ ਤੇ ਤੁਸੀਂ ਉਚਾਰ ਦਿੱਤਾ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਮੈਂ ਨਹੀਂ ਮੰਨਦਾ ਕਿ ਇਸ ਤਰ੍ਹਾਂ ਦਾ ਵੀ ਕੋਈ ਹੋ ਸਕੇ, ਵਾਹਿਗੁਰੂ ਦੇ ਸ਼ੁਕਰ ਵਿੱਚ ਰਵੇ ਜਦੋਂ ਉਸਦਾ ਸਰੀਰ ਸੜ ਰਿਹਾ ਹੋਵੇ। ਕਹਿੰਦੇ ਸਾਈਂ ਜੀ ਤੁਹਾਨੂੰ ਵਕਤ ਆਏਗਾ ਤਾਂ ਦਿਖਾ ਦਾਂਗੇ। ਤਵੇ ਤੇ ਬੈਠੇ ਸਨ ਨਾ ਜਦੋਂ, ਤੇ ਕਿਹਾ ਸੀ ਮੇਰੀ ਖੁਆਇਸ਼ ਹੈ ਸਾਈਂ ਨੂੰ ਮੇਰੇ ਸਾਹਮਣੇ ਬੁਲਾਇਆ ਜਾਵੇ। ਸਾਈਂ ਮੀਆਂ ਮੀਰ ਜਦੋਂ ਸਾਹਮਣੇ ਆਏ, ਗੁਰੂ ਅਰਜਨ ਦੇਵ ਜੀ ਨੂੰ ਖਿੜਖਿੜਾਉਂਦੇ ਹੋਏ ਮੁਸਕਰਾਉਂਦੇ ਦੇਖਿਆ। ਲੋ ਤਪ ਰਹੀ ਹੈ, ਮਾਸ ਰੇਜ਼ਾ ਰੇਜ਼ਾ ਹੋ ਰਿਹਾ ਹੈ, ਹੱਡ ਗਲ ਰਿਹਾ ਹੈ, ਪਰ ਗੁਰੂ ਅਰਜਨ ਦੇਵ ਜੀ ਦੇ ਮੁਖ ਤੇ ਹੈ ਤੇਰਾ ਕੀਆ ਮੀਠਾ ਲੱਗਾ। ਸਾਈਂ ਜੀ ਤੁਸੀਂ ਪੁੱਛਦੇ ਸੋ ਕਿਵੇਂ ਪੋਸੀਬਲ ਹੈ? ਇਵੇਂ ਪੋਸੀਬਲ ਹੈ। ਅਯਾਨ ਖਾਨ ਨੂੰ ਨਹੀਂ ਸੀ ਪਤਾ ਬਾਬਾ ਦੀਪ ਸਿੰਘ ਨੇ ਸਿੱਖਾਂ ਨੂੰ ਮਿਸਾਲ ਦੇਣੀ ਸੀ ਕਿ ਗੁਰਬਾਣੀ ਵਿੱਚ ਜਿਹੜਾ ਲਿਖਿਆ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਇਹ ਮਿਸਾਲ ਦੇਣੀ ਅਯਾਨ ਖਾਨ ਨੂੰ ਨਹੀਂ ਸੀ ਪਤਾ। ਖੈਰ ਜਦੋਂ ਬੜਾ ਦੋਨਾਂ ਵਿੱਚ ਯੁੱਧ ਹੁੰਦਾ ਹੈ, ਦੋਏ ਪਾਸੇ ਖੰਡੇ ਚੱਲਦੇ ਹਨ, ਦੋਨਾਂ ਦੇ ਸਿਰ ਧੜ ਤੋਂ ਅਲੱਗ ਹੋ ਜਾਂਦੇ ਹਨ। ਅਯਾਨ ਖਾਨ ਵੀ ਧਰਤੀ ਤੇ ਡਿੱਗ ਜਾਂਦਾ ਹੈ, ਬਾਬਾ ਦੀਪ ਸਿੰਘ ਵੀ ਡਿੱਗ ਜਾਂਦੇ ਹਨ। ਹੁਣ ਪਠਾਣਾਂ ਵਿੱਚ ਬੜਾ ਜੋਸ਼ ਆ ਜਾਂਦਾ ਕਿ ਦੀਪ ਸਿੰਘ ਨੂੰ ਮਾਰ ਦਿੱਤਾ ਹੈ, ਇਹਨਾਂ ਦਾ ਸਰਦਾਰ ਹੁਣ ਤੇ ਸਿੱਖਾਂ ਨੂੰ ਮਿੰਟਾਂ 'ਚ ਮਾਰ ਦਾਂਗੇ। ਇੱਕ ਸਿੱਖ ਭਾਵੁਕ ਹੋ ਕੇ ਅਰਦਾਸ ਕਰਦਾ, ਬਾਬਾ ਜੀ ਹਰਮੰਦਰ ਸਾਹਿਬ ਤੋਂ ਅਰਦਾਸ ਕਰਕੇ ਨਿਕਲੇ ਸਾਂ ਕਿ ਪ੍ਰਾਣ ਗੁਰੂ ਸਾਹਿਬ ਮੇਰੇ ਉਦੋਂ ਨਿਕਲਣ ਜਦੋਂ ਤੁਹਾਡੀ ਡੇਵੜੀ ਤੇ ਖੜੇ ਹੋਵਾਂ। ਡੇਵੜੀ ਤੇ ਬੜੇ ਕੋ ਦੂਰ ਹੈ, ਹੁਣੇ ਤੁਸੀਂ ਹੁਣੇ ਹੀ ਪ੍ਰਾਣ ਛੋੜ ਦਿੱਤੇ ਹਨ। ਇਤਨੇ ਭਾਵਪੂਰਕ ਬਚਨ ਸਨ ਕਿ ਬਾਬਾ ਜੀ ਦਾ ਧੜ ਇੱਕ ਹੱਥ ਵਿੱਚ ਖੰਡਾ ਤੇ ਇੱਕ ਹੱਥ ਵਿੱਚ ਸੀਸ ਲੈ ਕੇ ਮੁੜ ਖੜਾ ਹੋ ਜਾਂਦਾ ਹੈ। ਫਿਰ ਲੋਕੀ ਸ਼ੱਕ ਚੁੱਕਣਗੇ, ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਕਿ ਸਿਰ ਵੱਖਰਾ ਹੋਵੇ ਤੇ ਹੱਥ ਵਿੱਚ ਖੰਡਾ ਵੀ ਚੱਲ ਰਿਹਾ ਹੋਵੇ ਤੇ ਧੜ ਨੇ ਪਕੜਿਆ ਹੋਵੇ। ਫਿਰ ਮੈਂ ਕਹਾਂ ਸੁਖਮਨੀ ਸਾਹਿਬ ਜੇ ਪੜ੍ਹਦੇ ਹੋਈਏ ਤੇ ਇਹ ਸ਼ੱਕ ਕਦੀ ਨਹੀਂ ਆਵੇਗਾ। ਸੁਖਮਨੀ ਸਾਹਿਬ ਵਿੱਚ ਲਿਖਿਆ ਹੋਇਆ ਹੈ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਜੇ ਪ੍ਰਭੂ ਨੂੰ ਭਾ ਜਾਵੇ ਤੇ ਸਵਾਸਾਂ ਤੋਂ ਬਿਨਾਂ ਵੀ ਚਲਾਈ ਜਾਂਦਾ ਹੈ। ਜਾਂ ਫਿਰ ਹੋਰ ਵੀ ਲਿਖਿਆ ਹੈ, ਮਿਰਤਕ ਕੋ ਜੀਵਾਲਨਹਾਰ। ਖੈਰ ਬਾਬਾ ਦੀਪ ਸਿੰਘ ਉੱਠਦੇ ਹਨ, ਧੜ ਨੇ ਇੱਕ ਪਾਸਿਓਂ ਖੰਡਾ ਪਕੜਿਆ, ਦੂਸਰੇ ਪਾਸਿਓਂ ਸਿਰ ਪਕੜਿਆ। ਧੜ ਕੱਟਦੇ ਹੋਏ ਪਠਾਣਾਂ ਨੂੰ ਜਦੋਂ ਅੱਗੇ ਦੌੜਦੇ ਨੇ, ਪਠਾਨ ਹੈਰਾਨ ਹੋ ਜਾਂਦੇ ਹਨ। ਅਸੀਂ ਤੇ ਸੋਚਿਆ ਸੀ ਕਿ ਬਾਬੇ ਨੂੰ ਮਾਰ ਲਿਆ, ਇੱਕ ਮਰਹੱਟੇ ਮਾਰੇ ਸੀ ਜਿਹੜੇ ਮਰਦੇ ਸਨ ਤੇ ਹਟਦੇ ਸਨ। ਕਮਾਲ ਦੀ ਕੈਸੀ ਕੌਮ ਹੈ, ਅਬਦਾਲੀ ਤੱਕ ਖਬਰ ਪਹੁੰਚਾਓ, ਇਹ ਤਾਂ ਮਰ ਕੇ ਵੀ ਨਹੀਂ ਹਟਦੇ। ਇਹਨਾਂ ਨੂੰ ਸਿੰਘ ਨਾਮ ਦੇ ਦਿਓ। ਇਹਨਾਂ ਨੂੰ ਖਾਲਸਾ ਕਹਿੰਦੇ ਨੇ। ਮਰਹੱਟੇ ਮਰ ਕੇ ਹਟ ਜਾਂਦੇ ਨੇ, ਇਹ ਤੇ ਮਰਨ ਤੋਂ ਬਾਅਦ ਵੀ ਲੜੀ ਜਾ ਰਹੇ ਹਨ। ਸਾਰੇ ਪਠਾਣਾਂ ਵਿੱਚ ਭਗਦੜ ਮਚ ਗਈ। ਦੌੜੋ
ਹੁਣ ਕਿਸੇ ਨੂੰ ਨਾ ਮਾਰਿਓ। ਰਕਤ ਬੀਜ ਨੂੰ ਮਾਰਿਆ ਸੀ, ਖੂਨ ਡੁੱਲਦਾ ਸੀ, 100 ਜਿੰਦੇ ਹੋ ਜਾਂਦੇ ਸਨ। ਇੱਕ ਮਾਰਿਆ 4000 ਜਿੰਦੇ ਹੋ ਗਏ ਨੇ। ਹੋਰ ਨਾ ਮਾਰਿਓ, ਜਾਨਾਂ ਬਚਾਓ ਤੇ ਦੌੜੋ। ਸਾਰੇ ਹੀ ਦੌੜ ਪਏ। ਜੰਗ ਫਤਿਹ ਹੋਈ। ਸ਼ਹੀਦਾਂ ਦਾ ਗੁਰਦੁਆਰਾ ਜਿੱਥੇ ਅਸੀਂ ਸ਼ਹੀਦਗੰਜ ਸਾਹਿਬ ਅੰਮ੍ਰਿਤਸਰ ਦੇਖਦੇ ਹਾਂ, ਤੇ ਹਰਿਮੰਦਰ ਸਾਹਿਬ ਦੀ ਕਿੰਨੀ ਦੂਰੀ ਹੈ। ਕਿੱਥੇ ਸ਼ਹੀਦ ਹੋਏ ਤੇ ਸਿਰ ਜਾ ਕੇ ਕਿੱਥੇ ਰੱਖਿਆ, ਜਿੱਥੇ ਅਸੀਂ ਕਹਿੰਦੇ ਹਾਂ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ। ਇਹ ਉਹ ਬਾਬਾ ਦੀਪ ਸਿੰਘ ਸਨ। ਸ਼ਹਾਦਤ ਹੋਈ। ਟੂਕ ਮਾਤਰ ਕੁਝ ਬੇਨਤੀ ਕਰ ਜਾਵਾਂ। ਮੈਨੂੰ ਫੋਨ ਆਏ ਪ੍ਰਬੰਧਕ ਵੀਰਾਂ ਦੇ, ਪੁੱਛਦੇ ਸਨ ਕਿ ਕਥਾ ਵਿੱਚ ਕੀ ਸੁਣਾਉਣਾ ਹੈ ਤੁਸੀਂ। ਬੜਾ ਹੈਰਾਨ ਹੋਇਆ ਮੈਂ ਸੁਣ ਕੇ ਇਸ ਤਰ੍ਹਾਂ ਦਾ ਸਵਾਲ। ਮੈਂ ਕਿਹਾ ਜੀ ਸਮਝਿਆ ਨਹੀਂ। ਕਹਿੰਦੇ ਜੀ ਕੋਈ ਚਮਤਕਾਰ ਵੀ ਸੁਣਾ ਦਿਓ, ਸੰਗਤ ਬੜੀ ਪ੍ਰਭਾਵਿਤ ਹੁੰਦੀ ਹੈ। ਹੈਰਾਨ ਹੋਇਆ ਮੈਂ ਸੋਚ ਕੇ, ਜਿਸ ਕਰਾਮਾਤਾਂ ਚਮਤਕਾਰਾਂ ਤੋਂ ਗੁਰੂ ਨਾਨਕ ਸਾਹਿਬ ਵਰਜਦੇ ਰਹੇ ਕਿ ਕਰਾਮਾਤ ਕਹਿਰ ਕਰਕੇ ਜਾਣਨੀ, ਇਸ ਤੋਂ ਸਿੱਖ ਦੂਰ ਰਹਿਣ, ਤੇ ਅਸੀਂ ਉਹਨਾਂ ਹੀ ਚਮਤਕਾਰਾਂ ਤੋਂ ਪ੍ਰਭਾਵਿਤ ਹਾਂ। ਪਰ ਫਿਰ ਵੀ ਜੇ ਗੁਰੂ ਕੀ ਖੇਡ ਵਰਤੀ ਹੋਵੇ, ਉਹ ਦੱਸਣਾ ਵਰਜਿਤ ਨਹੀਂ। ਗੁਰੂ ਦੀ ਖੇਡ ਵਰਤੀ। ਚਮਤਕਾਰ ਉਹ ਹੁੰਦਾ, ਬਾਬਾ ਦੀਪ ਸਿੰਘ ਕਹਿੰਦੇ ਮੈਂ ਮਰ ਕੇ ਵੀ ਤੈਨੂੰ ਚੱਲ ਕੇ ਦਿਖਾਵਾਂਗਾ। ਇਸ ਤਰ੍ਹਾਂ ਨਹੀਂ ਕਿਹਾ। ਸਿੱਖ ਨੇ ਅਰਦਾਸ ਕੀਤੀ ਗੁਰੂ ਦੇ ਅੱਗੇ, ਤੇ ਗੁਰੂ ਨੇ ਕਿਹਾ ਚੱਲ ਬਈ ਮਿਰਤਕ ਕੋ ਜੀਵਾਲਨਹਾਰ, ਚੱਲ ਬਈ ਤੇਰੀ ਅਰਦਾਸ ਪ੍ਰਵਾਨ। ਗੁਰੂ ਨਾਨਕ ਸਾਹਿਬ ਨੇ ਚਮਤਕਾਰ ਨਹੀਂ ਕੀਤਾ ਪਹਾੜ ਰੋਕ ਕੇ, ਚੱਟਾਨ ਰੋਕ ਕੇ। ਵਲੀ ਕੰਧਾਰੀ ਕਹਿੰਦਾ ਤੁਹਾਡੇ ਵੀ ਤੇ ਬੜੀ ਸਿੱਧੀਆਂ, ਇੰਨੀ ਵੱਡੀ ਚੱਟਾਨ ਹੱਥ ਨਾਲ ਰੋਕ ਲਈ ਜੇ। ਗੁਰੂ ਨਾਨਕ ਸਾਹਿਬ ਛੋਟਾ ਜਿਹਾ ਪੱਥਰ ਚੁੱਕ ਕੇ ਵਲੀ ਕੰਧਾਰੀ ਨੂੰ ਮਾਰਦੇ ਹਨ, ਤੇ ਵਲੀ ਕੰਧਾਰੀ ਹੱਥ ਰੱਖ ਕੇ ਬਚਾ ਲੈਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਵਲੀ ਕੰਧਾਰੀ ਤੂੰ ਤੇ ਬੜੇ ਚਮਤਕਾਰ ਕੀਤਾ ਹੈ, ਪੱਥਰ ਰੋਕ ਲਿਆ। ਕਹਿੰਦਾ ਇਸ ਵਿੱਚ ਚਮਤਕਾਰ ਕੀ, ਮੈਂ ਤੇ ਆਪਣਾ ਬਚਾਇਆ ਸਿਰਫ, ਇਸ ਵਿੱਚ ਤੇ ਕੋਈ ਚਮਤਕਾਰ ਨਹੀਂ ਹੈ। ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਵੀ ਆਪਣਾ ਹੀ ਬਚਾਇਆ ਸੀ, ਉਹ ਕਰਤਾਰ ਦੀ ਮਰਜ਼ੀ ਸੀ ਕਿ ਚੱਟਾਨ ਰੁਕ ਜਾਏ, ਮੇਰੇ ਵਿੱਚ ਕੋਈ ਚਮਤਕਾਰ ਨਹੀਂ ਸੀ। ਗੁਰੂ ਸਾਹਿਬ ਨੇ ਚਮਤਕਾਰਾਂ ਤੋਂ ਸਾਨੂੰ ਇਸ ਤਰ੍ਹਾਂ ਵਰਜਿਆ। ਪ੍ਰਬੰਧਕ ਵੀਰ ਦੀ ਗੱਲ ਤੋਂ ਮੈਨੂੰ ਇੱਕ ਗੱਲ ਯਾਦ ਆਉਂਦੀ ਸੀ। ਮਾਲ ਵਿੱਚ ਸ਼ਾਪਿੰਗ ਕਰ ਰਿਹਾ ਸਾਂ ਆਪਣੇ ਦੋਸਤ ਨਾਲ। ਉਹ ਬਿਲਿੰਗ ਕਾਊਂਟਰ ਤੇ ਖੜਾ ਸੀ ਮੇਰਾ ਦੋਸਤ। ਬੜੀ ਵੱਡੀ ਉਸ ਕੋਲ ਟਰੇ ਸੀ, ਬੜਾ ਸਾਰਾ ਸਮਾਨ ਸੀ। ਮੈਂ ਥੋੜਾ ਥੱਕ ਗਿਆ, ਕੁਰਸੀ ਸੀ ਉੱਧਰ ਪਈ ਤੇ ਮੈਂ ਉੱਥੇ ਬੈਠ ਗਿਆ। ਆਪਣੀ ਹੱਡ ਬੀਤੀ ਸੁਣਾ ਰਿਹਾ, ਚਮਤਕਾਰਾਂ ਤੋਂ ਕਿਵੇਂ ਪ੍ਰਭਾਵਿਤ ਹਾਂ। ਮੈਂ ਬੈਠ ਗਿਆ ਉੱਥੇ। ਇੱਕ ਬੀਬੀ ਮੇਰੇ ਨਾਲ ਆ ਕੇ ਬੈਠ ਗਈ। ਕਾਫੀ ਦੇਰ ਅਸੀਂ ਬੈਠੇ ਹੋਏ, ਤੇ ਉਹ ਮੇਰੀ ਮਾਂ ਦੀ ਉਮਰ ਦੇ ਸਨ, ਤੇ ਮੈਨੂੰ ਕਹਿਣ ਲੱਗੇ ਕਿ ਉਹ ਮੇਰਾ ਮੁੰਡਾ ਹੈ, ਉਹ ਨਾ ਬਿਲਿੰਗ ਕਰਾ ਰਿਹਾ ਹੈ। ਸੁਭਾਵਕ ਹੀ ਕੁਝ ਗੱਲਾਂ ਸ਼ੁਰੂ ਹੋ ਗਈਆਂ। ਮੈਂ ਕਿਹਾ ਹਾਂਜੀ ਮੇਰਾ ਦੋਸਤ ਵੀ ਖੜਾ ਹੈ। ਤੇ ਕਹਿੰਦੇ ਅਸੀਂ ਨਾ ਬਾਬਾ ਦੀਪ ਸਿੰਘ ਹੋਰਾਂ ਨੂੰ ਬੜਾ ਮੰਨਦੇ ਹਾਂ। ਮੇਰੀ ਹੱਡ ਬੀਤੀ ਸੁਣਾਉਂਦਾ। ਉਹ ਕਹਿੰਦੇ ਅਸੀਂ ਨਾ ਬਾਬਾ ਦੀਪ ਸਿੰਘ ਹੋਰਾਂ ਨੂੰ ਬੜਾ ਮੰਨਦੇ ਹਾਂ। ਮੈਂ ਉਸਦੇ ਮੁੰਡੇ ਵੱਲ ਵੀ ਨਜ਼ਰ ਮਾਰੀ। ਮੈਂ ਕਿਹਾ ਇਹ ਤੇ ਸਹਿਜਧਾਰੀ ਹਿੰਦੂ ਲੱਗਦੇ ਹਨ। ਮੈਂ ਕਿਹਾ ਜੀ ਤੁਸੀਂ ਤਾਂ ਹਿੰਦੂ ਪਰਿਵਾਰ ਤੋਂ ਲੱਗਦੇ ਹੋ। ਕਹਿੰਦੇ ਹਾਂ ਜੀ ਸਾਡਾ ਨਾ ਬਿਜ਼ਨਸ ਬੜਾ ਠੱਪ ਹੋ ਗਿਆ ਸੀ, ਤੇ ਹੋਇਆ ਕਿ ਹੋਟਲ ਦਾ ਬਿਜ਼ਨਸ ਸੀ। ਅਸੀਂ ਬੜੇ ਪਰੇਸ਼ਾਨ ਹੋਏ, ਕਿਤੇ ਜਾ ਕੇ ਬੜੇ ਤਾਂਤਰਿਕਾਂ ਕੋਲ ਬੜੀ ਤਵੀਜ਼ਾਂ ਅਸੀਂ ਪੜਵਾਈਆਂ, ਕੁਛ ਨਾ ਬਣਿਆ। ਤੇ ਸਾਨੂੰ ਕਿਸੇ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਹੋਰੀ ਸਾਰੀ ਮੁਰਾਦਾਂ ਪੂਰੀਆਂ ਕਰਦੇ ਹਨ, ਉਹਨਾਂ ਕੋਲ ਚਲੇ ਜਾਓ। ਕਹਿੰਦੇ ਅਸੀਂ ਸ਼ਹੀਦਗੰਜ ਜਾ ਕੇ ਅਰਦਾਸ ਕਰਾਈ, ਬੜਾ ਫਸਟ ਕਲਾਸ ਬਿਜ਼ਨਸ ਚੱਲ ਰਿਹਾ। ਅਸੀਂ ਬਾਬਾ ਦੀਪ ਸਿੰਘ ਹੋਰਾਂ ਨੂੰ ਬੜਾ ਮੰਨਦੇ ਹਾਂ। ਬੜਾ ਮੇਰੇ ਦਿਲ ਵਿੱਚ ਗੌਰਵਮਈ ਇਤਿਹਾਸ ਦਾ ਬੜਾ ਫਖਰ ਮਹਿਸੂਸ ਹੋ ਰਿਹਾ ਸੀ ਮੈਨੂੰ ਉਸ ਵਕਤ ਕਿ ਲੋਕੀ ਕਿਤਨੇ ਪ੍ਰਭਾਵਿਤ ਨੇ। ਮੈਂ ਉਹਨਾਂ ਨੂੰ ਸੁਤੇ ਸਿੱਧੀ ਜਿਹੜਾ ਮੇਰੇ ਜ਼ਬਾਨ 'ਤੇ ਸਵਾਲ ਆਇਆ ਮੈਂ ਪੁੱਛ ਲਿਆ। ਮੈਂ ਕਿਹਾ ਹਰ ਵਾਰ ਜਾਂਦੇ ਹੋ ਤੁਸੀਂ ਹਰਿਮੰਦਰ ਸਾਹਿਬ? ਕਹਿੰਦੇ ਹਰ ਵਾਰ ਜਾਂਦੇ ਆ। ਮੈਂ ਕਿਹਾ ਫਿਰ ਹਰਿਮੰਦਰ ਸਾਹਿਬ ਅੰਦਰ ਜਾ ਕੇ ਦੇਖਿਆ ਕਿਤਨਾ ਸਕੂਨ ਹੈ? ਕਹਿੰਦੇ ਨਹੀਂ ਨਹੀਂ ਅਸੀਂ ਹਰਿਮੰਦਰ ਸਾਹਿਬ ਨਹੀਂ ਜਾਂਦੇ, ਅਸੀਂ ਬਾਬਾ ਦੀਪ ਸਿੰਘ ਹੋਰਾਂ ਦੇ ਜਾ ਕੇ ਆ ਜਾਂਦੇ ਹਾਂ। ਮੈਂ ਥੋੜਾ ਜਿਹਾ ਹੈਰਾਨ ਹੋਇਆ। ਮੈਂ ਕਿਹਾ ਗੁਰੂ ਰਾਮਦਾਸ ਦੇ ਦਰ 'ਤੇ ਨਹੀਂ ਜਾਂਦੇ? ਕੋਲ ਹੀ ਇੱਕੋ ਪਰਿਕਰਮਾ 'ਚ ਬਣਿਆ ਹੋਇਆ, ਤੁਸੀਂ ਉੱਥੇ ਨਹੀਂ ਜਾਂਦੇ? ਕਹਿੰਦੇ ਨਹੀਂ ਜੀ ਅਸੀਂ ਬਾਬਾ ਦੀਪ ਸਿੰਘ ਨੂੰ ਮੰਨਦੇ ਹਾਂ, ਸਾਨੂੰ ਕਿਸੇ ਨੇ ਦੱਸਿਆ ਸੀ ਬਾਬਾ ਦੀਪ ਸਿੰਘ ਮੁਰਾਦਾਂ ਪੂਰੀਆਂ ਕਰਦਾ ਹੈ। ਹੱਥ ਜੋੜ ਕੇ ਉਸ ਨੂੰ ਤਾਂ ਮੈਂ ਜ਼ਿਆਦਾ ਕੁਝ ਨਹੀਂ ਸਮਝਾ ਸਕਿਆ, ਪਰ ਇੱਥੇ ਬੇਨਤੀ ਕਰ ਜਾਵਾਂ, ਜਿੱਥੇ ਬਾਬਾ ਦੀਪ ਸਿੰਘ ਮੁਰਾਦਾਂ ਪੂਰੀਆਂ ਕਰਦਾ ਹੈ, ਕੀ ਤੁਹਾਨੂੰ ਬਾਬਾ ਦੀਪ ਸਿੰਘ ਦੀ ਕੋਈ ਸਮਾਧ ਮਿਲਦੀ ਹੈ ਉੱਥੇ? ਕੀ ਕੋਈ ਕਬਰ, ਕੀ ਕੋਈ ਸਮਾਧ, ਕੀ ਕੋਈ ਉਹਨਾਂ ਦਾ ਵੰਸ਼ਜ ਗੱਦੀ ਤੇ ਬੈਠਿਆ ਮਿਲਦਾ ਜਿਹੜੀ ਮੁਰਾਦਾਂ ਪੂਰੀਆਂ ਕਰ ਰਿਹਾ ਹੋਵੇ? ਜਿਨ੍ਹਾਂ ਦੇ ਘਰ ਔਲਾਦ ਨਹੀਂ ਹੁੰਦੀ ਨਾ, ਉਹ ਬਾਬਾ ਬੁੱਢਾ ਸਾਹਿਬ ਦੀ ਬੇਰ ਉੱਧਰ ਚਲੇ ਜਾਂਦੇ ਨੇ ਕਿ ਬਾਬਾ ਬੁੱਢਾ ਜੀ ਮੁਰਾਦਾਂ ਪੂਰੀਆਂ ਕਰਦੇ ਹਨ। ਫਿਰ ਮੈਂ ਹੱਥ ਜੋੜ ਕੇ ਕਹਿ ਦਿੰਦਾ, ਕੀ ਬਾਬਾ ਬੁੱਢਾ ਜੀ ਦਾ ਕੋਈ ਵੰਸ਼ਜ ਗੱਦਾ ਲਗਾ ਕੇ ਬੈਠਿਆ ਹੈ? ਕੀ ਉਹਨਾਂ ਦੀ ਕੋਈ ਸਮਾਧ ਹੈ ਜਿਹੜੀ ਮੁਰਾਦਾਂ ਪੂਰੀਆਂ ਕਰਦੀ ਹੈ? ਤੇ ਉਹ ਮੈਨੂੰ ਕਹਿਣ ਲੱਗੇ ਮਾਤਾ, ਕਹਿੰਦੇ ਨਹੀਂ ਨਹੀਂ ਉਧਰ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਹੈ, ਭਾਈ ਹੋਰਾਂ ਨੂੰ ਪੈਸੇ ਦੇ ਕੇ ਸਹਿਜ ਪਾਠ ਲਗਾ ਕੇ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦੇ ਹਾਂ। ਮੈਂ ਕਿਹਾ ਆਂਟੀ ਜੀ ਇੱਕ ਵਾਰ ਫਿਰ ਸੋਚ ਲਓ,
ਅਰਦਾਸ ਗੁਰੂ ਗ੍ਰੰਥ ਸਾਹਿਬ ਅੱਗੇ ਕਰਦੇ ਹੋ ਤੇ ਮੁਰਾਦਾਂ ਕੋਈ ਹੋਰ ਪੂਰੀਆਂ ਕਰ ਰਿਹਾ। ਥੋੜੀ ਚੁੱਪ ਜੀ ਹੋ ਗਈ। ਇੱਥੇ ਵੀ ਬੇਨਤੀ ਕਰ ਜਾਵਾਂ, ਲਾਸਾਨੀ ਸ਼ਹੀਦ ਕਹਿੰਦੇ ਆ ਬਾਬਾ ਦੀਪ ਸਿੰਘ ਨੂੰ, ਇਹਨਾਂ ਵਰਗਾ ਕੋਈ ਸ਼ਹੀਦ ਨਹੀਂ ਹੋਇਆ। ਪਰ ਮੈਂ ਕਹਾਂ ਇਤਿਹਾਸ ਵਿੱਚ ਇੱਕ ਵਾਰ ਨਜ਼ਰ ਤੇ ਮਾਰ ਕੇ ਦੇਖੋ, ਕਿਹੜਾ ਸ਼ਹੀਦ ਹੋਇਆ ਜਿਸ ਵਰਗਾ ਦੂਸਰਾ ਕੋਈ ਸ਼ਹੀਦ ਹੋਇਆ ਹੋਵੇ? ਕੀ ਭਾਈ ਮਨੀ ਸਿੰਘ ਦੀ ਸ਼ਹੀਦੀ ਲਾਸਾਨੀ ਨਹੀਂ? 95 ਸਾਲ ਦੀ ਉਮਰ ਵਿੱਚ ਬੰਦ ਕਟਾਤਾ ਹੋਵੇ, ਕੋਈ ਕਟਾ ਸਕਦਾ ਹੈ? ਕਿਸੇ ਨੇ ਕਟਾਇਆ ਨਹੀਂ, ਲਾਸਾਨੀ ਸ਼ਹੀਦ। ਕੀ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਲਾਸਾਨੀ ਨਹੀਂ? 4 ਸਾਲ ਦਾ ਪੁੱਤਰ ਕਲੇਜਾ ਕੱਢ ਕੇ ਮੂੰਹ ਵਿੱਚ ਤੁੰਨ ਦਿੱਤਾ ਹੋਵੇ ਤੇ ਹੱਸ ਕੇ ਫਰਕਸ਼ਰ ਕਹਿ ਰਿਹਾ ਹੋਵੇ ਹੁਣ ਤੇ ਕਲੇਜਾ ਵੀ ਤੁੰਨ ਦਿੱਤਾ, ਹੁਣ ਈਨ ਮੰਨਦਾ ਹੈ। ਤੇ ਬਾਬਾ ਬੰਦਾ ਸਿੰਘ ਕਹਿ ਰਹੇ ਹੋਣ, ਸਾਡੇ ਇੱਧਰ ਜਦੋਂ ਵਿਆਹ ਹੁੰਦਾ ਹੈ ਨਾ ਤੇ ਲਾੜੇ ਦੇ ਮੂੰਹ 'ਚ ਮਿੱਠਾ ਪਾਉਂਦੇ ਹਨ, ਮੇਰਾ ਵੀ ਮੌਤ ਨਾਲ ਵਿਆਹ ਹੋ ਰਿਹਾ ਹੈ, ਤੂੰ ਮੇਰੇ ਲੜਕੇ ਦਾ ਕਲੇਜਾ ਪਾ ਦਿੱਤਾ, ਮੈਂ ਸੁਰਖਰੂ ਹੋ ਕੇ ਜਾਵਾਂਗਾ। ਕੀ ਇਹ ਸ਼ਹੀਦੀ ਲਾਸਾਨੀ ਨਹੀਂ? ਲਾਸਾਨੀ ਹੈ। ਕਿਸ ਦੀ ਸ਼ਹਾਦਤ ਨੂੰ ਕਹੋਗੇ ਲਾਸਾਨੀ? ਜਿਸ ਦੇ ਬਰਾਬਰ ਦਾ ਕੋਈ ਨਾ ਹੋਵੇ। ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇਖ ਲਓ, ਗੁਰੂ ਤੇਗ ਬਹਾਦਰ ਸਾਹਿਬ, ਭਾਈ ਸਤੀ ਦਾਸ, ਮਤੀ ਦਾਸ, ਦਿਆਲਾ, ਗੁਰੂ ਅਰਜਨ ਦੇਵ ਸਾਹਿਬ, ਕਿਸ ਕਿਸ ਦੀ ਸ਼ਹੀਦੀ ਗਿਣੋਗੇ? ਸਾਰਿਆਂ ਦੀ ਸ਼ਹੀਦੀਆਂ ਲਾਸਾਨੀ ਨੇ। ਪਰ ਫਿਰ ਮੈਂ ਕਹਾਂ, ਜਿਸ ਪਰਿਕਰਮਾ ਵਿੱਚ ਬਾਬਾ ਬੁੱਢਾ ਜੀ ਦਾ ਬੇਰ, ਜਿਸ ਪਰਿਕਰਮਾ ਵਿੱਚ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਹੈ, ਉਸੇ ਪਰਿਕਰਮਾ ਵਿੱਚ ਚੇਤੇ ਰੱਖਿਓ ਸੰਤ ਜਰਨੈਲ ਸਿੰਘ ਜੀ ਖਾਲਸਾ ਦਾ ਸ਼ਹੀਦੀ ਸਮਾਰਕ, ਸ਼ਹੀਦੀ ਅਸਥਾਨ ਬਣਿਆ ਹੈ। ਪਰ ਫਿਰ ਮੈਂ ਕਹਾਂ, ਉੱਥੇ ਸੰਤ ਜਰਨੈਲ ਸਿੰਘ ਮੁਰਾਦਾਂ ਪੂਰੀਆਂ ਨਹੀਂ ਕਰਦੇ, ਉੱਥੇ ਵੀ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੀ ਹੈ। ਲਾਚੀ ਬੇਰ ਜਿੱਥੇ ਆ ਕੇ ਘੋੜੇ ਬਣਦੇ ਹਨ, ਉੱਥੇ ਵੀ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੀ ਹੈ। ਬਾਬਾ ਬੁੱਢਾ ਸਾਹਿਬ ਦੀ ਬੇਰ ਜਿੱਥੇ ਲੋਕੀ ਔਲਾਦਾਂ ਮੰਗਣ ਜਾਂਦੇ ਹਨ, ਪ੍ਰਕਾਸ਼ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦਾ ਹੀ ਹੈ। ਫਿਰ ਕਹਿਣ ਤੋਂ ਪਹਿਲੇ 100 ਵਾਰ ਸੋਚ ਲਈਏ, ਮੁਰਾਦਾਂ ਕੌਣ ਪੂਰੀਆਂ ਕਰ ਰਿਹਾ? ਤਾਂ ਉਮਰ ਜਿਹੜੇ ਬਾਬਾ ਦੀਪ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਅਨੁਯਾਈ ਰਹੇ ਹੋਣ, ਤਾਂ ਉਮਰ ਜਿਹੜੇ ਸੰਤ ਜਰਨੈਲ ਸਿੰਘ ਗੁਰੂ ਗ੍ਰੰਥ ਸਾਹਿਬ ਦੇ ਭਗਤ ਗੁਰਸਿੱਖ ਰਹੇ ਹੋਣ, ਤਾਂ ਉਮਰ ਜਿਹੜੇ ਸਿੱਖ ਆਪਣੇ ਆਪ ਨੂੰ ਦਰ ਦਾ ਮੰਗਤਾ ਕਹਿੰਦੇ ਹੋਣ, ਤੇ ਅਸੀਂ ਫਿਰ ਉਹਨਾਂ ਨੂੰ ਕਹੀ ਜਾਈਏ ਕਿ ਉਹ ਮੁਰਾਦਾਂ ਪੂਰੀਆਂ ਕਰ ਰਿਹਾ ਹੈ। ਇਸ ਨਾਲ ਬਾਬਾ ਦੀਪ ਸਿੰਘ ਖੁਸ਼ ਨਹੀਂ ਹੋਣਗੇ। ਜੇ ਉਸ ਸੁਣਦੇ ਹੋਏ ਤੇ ਸਾਡੇ ਤੇ ਉਹਨਾਂ ਦੀ ਕੁਤਾਹੀ ਹੋਵੇਗੀ, ਸਾਡੇ ਤੇ ਨਾਰਾਜ਼ਗੀ ਹੋਵੇਗੀ। ਕਿਉਂ? ਕਹਿੰਦੇ ਨੇ ਤੂੰ ਦਾਤਾ ਸਭ ਮੰਗਤੇ ਇੱਕੋ ਦੇਵਨਹਾਰ, ਦੇਣ ਵਾਲਾ ਤਾਂ ਇੱਕ ਹੈ, ਦੇਂਦਾ ਦੇ ਲੈਂਦੇ ਥੱਕ ਪਾਏ। ਸੋ ਇੱਥੇ ਮੈਂ ਬੇਨਤੀ ਕਰਕੇ ਇੱਥੇ ਸਮਾਪਤੀ ਕਰਾਂ ਕਿ ਦੇਣ ਵਾਲਾ ਕੋਈ ਹੋਰ ਹੈ, ਉਸ ਨੂੰ ਪਛਾਣਨਾ ਹੈ। ਠੀਕ ਹੈ, ਬੜੇ ਸਤਿਕਾਰਯੋਗ, ਬੜਾ ਉੱਚਾ ਜੀਵਨ ਹੈ ਬਾਬਾ ਦੀਪ ਸਿੰਘ ਵਰਗਾ, ਬੜਾ ਔਖਾ ਹੈ ਐਸਾ ਜੀਵਨ ਬਣਾ ਲੈਣਾ। ਪਰ ਇਹ ਉਮੀਦ ਕਰ ਲੈਣਾ ਕਿ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਉਹਨਾਂ ਨੂੰ ਬਣਾ ਲੈਣਾ ਕਿ ਗੁਰੂ ਗ੍ਰੰਥ ਸਾਹਿਬ ਮੁਰਾਦਾਂ ਘੱਟ ਪੂਰੀਆਂ ਕਰਦੇ ਨੇ ਤੇ ਬਾਬਾ ਦੀਪ ਸਿੰਘ ਮੁਆਫ ਕਰਨਾ, ਕਹਿਣਾ ਵੀ ਸਾਡੇ ਲਈ ਕੋ ਰਹਿਤ ਹੋਵੇਗੀ। ਸੋ ਇਸ ਤਰ੍ਹਾਂ ਦਾ ਨਾ ਸੋਚੀਏ। ਸੰਤ ਜਰਨੈਲ ਸਿੰਘ ਜੀ ਦੀ ਗੱਲ ਮੈਨੂੰ ਯਾਦ ਆਈ। ਬੜੇ ਸਾਰੇ ਸਿੰਘ ਉਹਨਾਂ ਕੋਲ ਹੈ ਸਨ। ਸਿੱਖਾਂ ਵਿੱਚ ਤਾਂ ਰਿੱਧੀਆਂ ਸਿੱਧੀਆਂ ਆਮ ਹੀ ਘੁੰਮਦੀਆਂ ਫਿਰਦੀਆਂ, ਉਹ ਰਿੱਧੀਆਂ ਸਿੱਧੀਆਂ ਤਾਂ ਬੜੇ ਉੱਚੇ ਰਹਿੰਦੇ ਹਨ। ਸੰਤ ਜਰਨੈਲ ਸਿੰਘ ਕੋਲ ਬੜੇ ਸਾਰੇ ਸਿੱਖ ਆਏ, ਸਾੜਿਆਂ ਦੇ ਦਾੜੇ ਪ੍ਰਕਾਸ਼ੇ ਸਨ। ਇੱਕ ਬੰਦਾ ਸੀ ਦਾੜਾ ਬਣ ਕੇ ਆਇਆ ਸੀ। ਇਹ ਗੱਲ ਐਵੇਂ ਵਿੱਚ ਆ ਗਈ ਤੇ ਮੈਂ ਜ਼ਰੂਰ ਦੱਸ ਕੇ ਜਾਵਾਂ ਕਿ ਮੁਰਾਦਾਂ ਪੂਰੀਆਂ ਕੌਣ ਕਰ ਰਿਹਾ। ਤੇ ਸੰਤ ਜਰਨੈਲ ਸਿੰਘ ਹੋਰੀ, ਉਹਨਾਂ ਕੋਲ ਕੋਈ ਰਿੱਧੀਆਂ ਸਿੱਧੀਆਂ ਘੱਟ ਸਨ। ਲੱਖਾਂ ਦੀ ਹਿੰਦੁਸਤਾਨੀ ਫੌਜ ਹੋਵੇ, ਟੈਂਕ ਚੜਾਣ, 200 ਸਿੰਘ ਹੋਣ ਕੋਲ, ਤੇ ਇੱਕ ਵੀ ਈਨ ਨਾ ਮੰਨੇ, ਹੱਸ ਹੱਸ ਕੇ ਸ਼ਹਾਦਤਾਂ ਦੇ ਦੇਣੀਆਂ, ਇਹ ਲਾਸਾਨੀ ਸ਼ਹਾਦਤ ਨਹੀਂ। ਕਮੀ ਸੀ ਕਿਸੇ ਚੀਜ਼ ਦੀ। ਉਹ ਸਿੰਘ ਨੂੰ ਪੁੱਛ ਲੈਂਦੇ ਨੇ, ਸਿੰਘਾ ਤੇਰਾ ਦਾੜਾ ਕਿਉਂ ਬੰਨਿਆ ਹੈ? ਦਾੜਾ ਪ੍ਰਕਾਸ਼ ਕਰ। ਸੰਤਾਂ ਦੇ ਬਚਨ ਨਿਕਲੇ ਤੇ ਉਹ ਕਹਿ ਨਾ ਸਕਿਆ। ਉਸਨੇ ਦਾੜਾ ਫਟਾਫਟ ਖੋਲ ਲਿਆ ਤੇ ਖੋਲਦੇ ਹੀ ਰੋ ਪਿਆ। ਸੰਤ ਜੀ ਪੁੱਛਦੇ ਨੇ ਰੋਂਦਾ ਕਿਉਂ ਹੈ? ਉਹ ਦਾੜਾ ਖੋਲਦੇ ਖੋਲਦੇ ਦਿਖਾਉਂਦਾ ਉਸਦਾ ਇੱਕ ਪਾਸੇ ਦਾੜਾ ਹੀ ਨਹੀਂ ਸੀ। ਕਹਿੰਦਾ ਜੀ ਮੈਂ ਇਸ ਕਰਕੇ ਦਾੜਾ ਬੰਨ ਕੇ ਰੱਖਦਾ ਕਿ ਇੱਕ ਪਾਸੇ ਦਾੜਾ ਹੀ ਨਹੀਂ ਹੈ, ਮੈਨੂੰ ਸ਼ਰਮ ਆਉਂਦੀ ਹੈ। ਹੁਣ ਤੁਸੀਂ ਦਾੜਾ ਖੁਲਵਾ ਲਿਆ ਸੰਤ ਜੀ, ਨਾਮ ਦੇ ਅੱਗੇ ਸੰਤ ਲੱਗਿਆ, ਜੇ ਦਾੜਾ ਖੁਲਵਾ ਲਿਆ ਤੇ ਹੁਣ ਦਾੜਾ ਦੇ ਵੀ ਦਿਓ। ਸੰਤ ਜਰਨੈਲ ਸਿੰਘ ਹੋਰਾਂ ਨੂੰ ਕਹਿੰਦਾ ਦਾੜਾ ਖੁਲਵਾ ਲਿਆ ਤੇ ਦਾੜਾ ਹੁਣ ਦੇ ਵੀ ਦਿਓ। ਕੀ ਸੰਤ ਜਰਨੈਲ ਸਿੰਘ ਇੰਨੇ ਸਮਰੱਥ ਨਹੀਂ ਸਨ ਦਾੜਾ ਦੇ ਦੇਣ? ਮੈਂ ਦੇਖਦਾ ਗੁਰੂ ਹਰਗੋਬਿੰਦ ਸਾਹਿਬ ਦੇ ਬੇਟੇ ਹਨ ਬਾਬਾ ਅਟਲ ਰਾਏ, ਉਹਨਾਂ ਦਾ ਦੋਸਤ ਜਿਹੜਾ ਮਰ ਚੁੱਕਿਆ ਹੈ, ਅੰਦਰ ਵਿਛਾਵਣ ਤੇ ਪਿਆ,
उसकी माँ नूं आके कहंदे ने मोहन दी अज डैन सी, असीं खेड रहे सी, बुला मोहन नूं। कहंदी है बेटा मोहन ते मर गया। अटल रहे, कहंदे इस तरह चलाकियां नहीं चलणगियां, चल मोहन आ ते तेरी डैन है। मोहन खलो जाता है। सिखां दे गुरु साहब कहंदे सन सिखां दे कुत्तियां विच भी करामातां होणगियां। शब्द पढ़ लेना कबीर साहब का, सुर है कि जैसी तेरी चाल तेरी पूंछट उपर चमकबार। आपे अर्थ सुन लेना, समझ लेना। तो जिस गुरु अंदर कौतक हुण उन्हां दे बच्चों अंदर भी कौतक ने। मैं सोचदा संत जरनैल सिंह कह ही दिंदे ना कि तैनूं दाड़ा आ जाएगा, तो आ जाना सी, पर निमरता सिखां दी देखो। संत जरनैल सिंह कहंदे भलिया मेरे मूँह सिर्फ जबान सी ते मैं कह दिता दाड़ा खोल, ते दाड़ा दे देना ये मेरे हथ विच नहीं है। तू इन्ना कर, गुरु रामदास की ड्योड़ी की धूड़ लगा लै, गुरु रामदास कृपा करन दाड़ा आ जाएगा। हैरान हो जाओगे सुन के। उसे वक्त दौड़ पिया, ड्योड़ी ते गया, धूड़ लई, जिथे दाड़ा नहीं सी ला लिया। गुरु रामदास संत जी कहते सन तुहाडे दर तो खाली कोई नहीं गया, दाड़ा नहीं है दाड़ा दे दो, तो उसका दाड़ा आ गया सी। ये ओ सिख ने जेड़े अपने उपर रत्ता मासा भी एहसान नहीं चुकते कि मैं गुरु का शरीक ना बन जावां। क्यों? खसमै करै बराबरी फिर गैरत अंदर पाए। सो बाबा दीप सिंह वर्गे बनना तो बड़ा औखा है, पर हक सारिਆਂ ਨੂੰ मिलिया है। परमात्मा हो जाण दा भई प्राप्त मानुख दे हुरिया, गोबिंद मिलन की ये तेरी बरिया। सो असी भी कोशिश करिए बाबा दीप सिंह होरां दे जीवन तो सेध लईए, बाणी पढ़िए, नाम दे रसिक बणीए, नितनेम करिए। वपारी वो चंगा ना घट पैसों में ज़्यादा मुनाफा कमावे। अपने इन्ने भैड़े औगुणों के बराबर जे वाहिगुरू के गुण मिलते हैं तो क्यों ना लैके जाइए। अज इत्थों जा रहे हैं तो प्रण करके जाइए कि गुरदेव घट तो घट 5 मिनट अपने जीवन के तेरे लिए जरूर कड्डांगे। वो 5 मिनट में जपजी साहब की 1 पौड़ी 2 पौड़ियाँ, वाहिगुरू सिमरन, मूल मंत्र, गुरमंत्र जो हुंदा है, घट तो घट बैठ के जीवन के 5 मिनट से गुरु ग्रंथ साहब के लेखे लाओ, तां जाके बाबा दीप सिंह वर्गे गुरसिखां की कतार विच असी भी शायद शामिल हो सकीए। मनुख जन्म का लाभ यही है, आए हाँ इंसान, जाते हुए हो जाइए भगवान। तां जाके मनुखा जन्म सफल है, तां जाके कह सकांगे लोक सुखिए परलोक सुहेले। नानक हर प्रभ आपे मिले। आप सारिਆਂ ਨੂੰ धन धन शहीद बाबा दीप सिंह होरां दे जन्म दिहाड़े दी लख लख मुबारखां। एक विचार रह गई सी, 2 नाम तो बदले गए, दीपा तो भाई दीप सिंह। इस तो बाद जदों भाई मनी सिंह होरी चलाना कर गए, उन्हां दी गद्दी मिली दमदमा साहब बाबा दीप सिंह होरां नूं, ते नाम बदलिया बाबा दीप सिंह। फिर उस तो बाद सिखां ने शहादत तो बाद नाम रखा जिंदा शहीद धन धन बाबा दीप सिंह जी। उन्हां वर्गा जीवन बनाइए, गुरु दे होके रह जाइए। गुरु द्वारा होए सोझी पाए सी, एत द्वारा धोए हच्छा होए सी। गुरुद्वारे का नितनेम बनाइए, बाणी रोज़ पढ़िए, नित दे धारनी बनीए, तां जाके उस कतार में शामिल होवांगे। आप सारिਆਂ ਨੂੰ एक बार फिर जन्म दिहाड़े की बहुत बहुत मुबारखां। धन धन सतगुरु श्री गुरु ग्रंथ साहिब जी का कोटान कोट शुक्र, जिन्हां सिर ते हथ रख के आप कथा करा ली है। आप संगत का बहुत बहुत शुक्र, प्रबंधक वीरां दा, गुरुद्वारे कमेटी का, जिसने दास नूं आप संगत के दर्शन करने का मौका बख्शिया। आओ इतनियां बेनतियां प्रवान करते हुए अपनी भुल्लां दी मैं इत्थे माफ़ी मंगदा। कुछ विचार चंगी लगी होवे तो जरूर घर लैके जाने, होइयां भुल्लां गलतियां दी खिमा जी। फतेह गजाइए जी। वाहिगुरू जी का खालसा, वाहिगुरू जी की फतेह। बोले सो निहाल। बहुत बहुत धन्यवाद भाई साहब, भाई गगनदीप सिंह जी का, जो कि आप सब ने धन धन बाबा दीप सिंह जी के जीवन बारे उन्होंने विचार साझिया कर रहे थे। धन्यवाद करते हैं सारी संस्था, मुख्य तौर पर संदीप वीर जी का, जिन्होंने एक प्रोग्राम जो कि कथा विचारा तुम सुनिया सर्वन कीतियां, प्रोग्राम उन्होंने वालों किया गया सी।
संदीप वीर जी करीबन 2018 तो जो कि पहली बार जो आए थे उन्होंने 2018 पहली बार इतने जन्म दिहाड़े बारे गल की कि सानू बाबा दीप सिंह जी का भी जन्म दिहाड़ा मनाना चाहिए। तो संगत के सहयोग नाल हर साल असी 26 जनवरी वाले दिन इस जन्म दिहाड़े को इस तरह कोई कोविड की गाइडलाइन सी और भी कथा या कीर्तन समागम रखा सी पर जिन्ना समा जितनी भी गाइडलाइन सी उसके अनुसार यह प्रोग्राम इन्ना की हो पाया। धन्यवाद करते हैं संदीप वीर जी का। बेनती करांगा इतने आ जान बेनती करांगा हजूरी रागी आप जी को एक सरपाओ सम्मान देंगे। संदीप वीर जी आ जान। दिसंबर को एक गुरमत मुकाबला जो कि तिलक नगर विखे होया सी जिस विच गुरुद्वारा गोपाल नगर वालों बच्चे जो कि उस कॉम्पीटिशन में जिन्होंने भाग लिता सी 5 बच्चे इधरों उधर गए सन जिहदे विच रिटन टेस्ट सी ते वो 5 बच्चों विचों बच्ची शरणप्रीत कौर जो कि मैं पहले भी तुहानूं गल दसी सी कि उसका 3जा स्थान उन्होंने प्राप्त होया सी। असी कोशिश की सी कि 10-15 दिन 12 दिन ही सानूं मिले सन शाम की शाम क्लास देने वास्ते ते असी कोशिश की जिन्ना कुछ सिलेबस उत्थों आया सी गुरमत मुकाबले वास्ते उसके मुताबिक जितनी तैयारी कराई गई 5 बच्चों उत्ते होर भी बच्चे सन पर 5 बच्चे ही उत्ते पार्टिसिपेट करने वास्ते जा सके। तो उन्होंने बच्ची शरणप्रीत कौर जो कि 3rd प्राइज़ मिलिया। तो 3rd प्राइज़ जो कि 10,000 जिहदा इनाम उन्होंने दिता गया। वैसे तो 20,000 इनाम सी पर 3rd प्राइज़ वास्ते उत्थे टाई हो गया सी ते उस कारण बच्ची को 10,000 रुपये ते नाल सर्टिफिकेट ते बाकी बच्चों को भी होर सर्टिफिकेट उन्होंने वालों दिते गए सन। तो मैं बेनती करांगा क्योंकि यह प्रोग्राम असी धन श्री गुरु गोबिंद सिंह साहिब जी के प्रकाश पुरब से देना सी पर कोविड की गाइडलाइन अनुसार वो प्रोग्राम उस दिन नहीं हो पाया। तो मैं बेनती करांगा बच्ची को कि वो इतने आ जान तो उन्होंने सम्मान दिता जाना है। बच्ची शरणप्रीत कौर ते बाकी 4 बच्चे सन प्रजोत कौर हरिकम सिंह वो भी इतने आ जान नाम पुनीत सिंह ने गगनदीप सिंह वो भी आ नाल ही एक मुकाबला सी गुरुद्वारा साहिब विखे भी शहीदी पुरब ते जो कि असी बनाया गया सी 26 ते 27 दिसंबर विच उदों भी मुकाबला किया सी ते असी उहदे विच भी कहा सी कि असी बच्चों को 1st 2nd 3rd प्राइज़ देवांगे पर बच्चों ने बड़े ही हौसले नाल ही बहुत ही वधिया तरीके पार्टिसिपेट किया तो सानू इस तरह लग्या कि ये कोई 1st 2nd या 3rd प्राइज़ नहीं होना चाहिए। साडे लिए सारे बच्चे इक्को जे ने सारिਆਂ ਨੂੰ ही असी सम्मान देना है। तो मैं एक एक करके सारे का नाम लवांगा जिन्होंने पार्टिसिपेट भी किया है। बच्चे भी शामिल सन जोड़े तिलक नगर पार्टिसिपेट कर गए सन तो इन्होंने वो भी सम्मान जोड़ा है दिता जाना है। प्रभजोत कौर बोले सो निहाल।
पुनीत सिंह। बोले सो निहाल। गगन। बोले सो निहाल। और बच्चे शिवगुण, सदगुण कौर, चिराग, जसकरण सिंह, राजदीप सिंह, वो भी इतने आ जाते। गुरमेहर, बच्ची परी, रंजीत सिंह। बोले सो निहाल। बोले सो निहाल। बोले सो निहाल। बोले सो निहाल। एक चिराग बच्चा दूसरा भी है, उसका नाम भी चिराग है, वो भी आ जाए। समर्थ है। समर्थ आज बच्चा। एक बच्ची महक है। आई नहीं। आई नहीं। बोले सो निहाल। संदीप वीर जी ने भी कहा अपने छोटे बच्चे नाल आया, बच्चे ने थोड़ी उन्होंने हौसला अफजाई की। बोले सो निहाल। ਜਿਹੜੇ ਬੱਚੇ ਰਹਿ ਗਏ ਨੇ, ਸ਼ਾਇਦ ਐਬਸੈਂਟ ਨੇ ਜਾਂ ਨਹੀਂ ਆ ਪਾਏ ਹੋਣਗੇ ਕਿਸੇ ਕਾਰਨ, ਉਹਨਾਂ ਦੇ ਜਿੰਨੇ ਵੀ ਸਨਮਾਨ ਨੇ ਉਹਨਾਂ ਨੂੰ ਅਸੀਂ ਉਹਨਾਂ ਦੇ ਅਗਰ ਕੋਈ ਘਰੋਂ ਆਇਆ ਹੈ ਜਿਨ੍ਹਾਂ ਦੇ ਨਾਮ ਲਿਖੇ ਗਏ ਨੇ ਤੇ ਉਹ ਲੈ ਲੈਣ, ਜਾਂ ਫਿਰ ਅਸੀਂ ਵੈਸੇ ਤਾਂ ਘਰ ਪਹੁੰਚਾ ਦਾਂਗੇ, ਕੋਈ ਦਿੱਕਤ ਨਹੀਂ। बाकी आई हुई सारी साथ संगत ज़्यादा समा ना लवां। धन बाबा दीप सिंह जी के जन्म दिहाड़े की लख लख बधाई होगी जी। बोले सो निहाल। हुण भाई साहब जी श्री आनंद साहिब जी का पाठ होगा, अरदास अगे हुक्मनामा, गुरु का लंगर तैयार है। सारी साध संगत अगे बेनती है लंगर छक के जाना है। वाहिगुरू जी का खालसा, वाहिगुरू जी की फतेह।